Ilmiare, Bhakshanahare, Kirpala Satguru Jare, Kirpala Satguru Jare, Kirpala Satguru Jare, Kirpala Satguru Jare. कृपाल की महिमा अपरंपार, कोटवार जावां बलिहार। कृपाल की महिमा अपरंपार, कोटवार जावां बलिहार। हरे अंधेरा ज्योति जगाए, हर भटके को राह दिखाए। सदा सहारा दे पग पग पर, कष्ट हरे सब सुख बरसाए। हरे अंधेरा ज्योति जगाए, हर भटके को राह दिखाए। सदा सहारा दे पग पग पर, कष्ट हरे सब सुख बरसाए। बिन मांगे ही सब कुछ पाए, जो भी आए गुरु के द्वार। कृपाल की महिमा अपरंपार, कोटवार जावां बलिहार। कृपाल की महिमा अपरंपार, कोटवार जावां बलिहार। संत जनों का है यह ज्ञान, हरि से पहले गुरु को जान। यह तन विष की वेल बावरे, सतगुर है अमृत की खान। संत जनों का है यह ज्ञान, हरि से पहले गुरु को जान। यह तन विष की वेल बावरे, सतगुर है अमृत की खान। शत शत नमन वंदना सत सत, गुरु है जीवन के आधार। कृपाल की महिमा अपरंपार, कोटवार जावां बलिहार। कृपाल की महिमा अपरंपार, कोटवार जावां बलिहार। अंतर मन की आंखें खोल, झुक कर चले और मीठा बोल। गांठ बांध ले तर जाएगा, गुरु का वचन बड़ा अनमोल। अंतर मन की आंखें खोल, झुक कर चले और मीठा बोल। गांठ बांध ले तर जाएगा, गुरु का वचन बड़ा अनमोल। जिन पर दया करी गुरुवर ने, वही उतर गए भव से पार। कृपाल की महिमा अपरंपार, कोटवार जावां बलिहार। कृपाल की महिमा अपरंपार, कोटवार जावां बलिहार। गुरु का नाम है कलयुग में भवसागर की नाव। नाम बिना और तैरने का और कोई नहीं उपाय। गुरु का नाम है कलयुग में भव
भवसागर की नाव। नाम बिना और तैरने का और नहीं कोई उपाय। अजायब जप कृपाल को उतर जाएगा पार। कृपाल की महिमा अपरंपार। कोटवार जामा बलिहार। कृपाल की महिमा अपरंपार। कोटवार जावा बलिहार। परम पिता परमात्मा सावण कृपाल ਦੇ ਚਰਨਾਂ ਵਿੱਚ ਨਮਸਕਾਰ ਹੈ, ਜਿਨ੍ਹਾਂ ਨੇ ਗਰੀਬ ਆਤਮਾ ਤੇ ਰਹਿਮ ਕੀਤਾ ਔਰ ਆਪਦਾ ਜਸ਼ ਕਰਨ ਦਾ ਮੌਕਾ ਦਿੱਤਾ ਹੈ। ਰਵਿਦਾਸ ਨੇ ਕਿਹਾ ਸੀਗਾ, ਸਤਜੁਗ ਤ੍ਰੇਤਾ ਦੁਆਪਰੀ ਕਲ ਯੁਗ ਪੂਜਾ ਚਾਰ। तीनों युग तीनों दड़ कल केवल नाम उदार। सतयुग ਦੇ ਅੰਦਰ ਕਿਉਂਕਿ ਇੱਕ ਯੁੱਗ ਦੇ ਪਿੱਛੇ ਦੂਸਰਾ ਚੱਕਰ ਲਾ ਰਿਹਾ ਹੈ। ਸਤਯੁਗ ਤ੍ਰੇਤਾ ਦੁਆਪਰ ਆਪੋ ਆਪਣੇ ਯੁਗਾਂ ਦਾ ਧਰਮ ਸੀਗਾ। ਸਤਯੁਗ ਦੇ ਵਿੱਚ ਸੱਤ ਤੇ ਜ਼ੋਰ ਦਿੰਦੇ ਸਨ, ਸੱਚ ਬੋਲਣ ਤੇ। ਇਸੇ ਤਰ੍ਹਾਂ ਤ੍ਰੇਤੇ ਦੇ ਵਿੱਚ ਪੂਜਾ ਔਰ ਜਤ ਸੱਤ ਤੇ ਦੁਆਪਰ ਦੇ ਵਿੱਚ ਜ਼ੋਰ ਦਿੰਦੇ ਸਨ। ਕਲਯੁਗ ਦੇ ਵਿੱਚ ਸਭ ਸੰਤ ਮਹਾਤਮਾ ਨਾਮ ਤੇ ਜ਼ੋਰ ਦਿੰਦੇ ਹੈ ਕਿ ਆਪੋ ਆਪਣੇ ਯੁੱਗਾਂ ਦਾ ਧਰਮ ਹੁੰਦਾ ਹੈ। ਲੇਕਿਨ ਕਲਯੁਗ ਦਾ ਜੋ ਧਰਮ ਹੈ, ਨਾਮ ਤੋਂ ਬਗੈਰ ਜੀਵ ਤਰ ਨਹੀਂ ਸਕਦਾ। ਸਤਿਗੁਰੂ ਤੋਂ ਨਾਮ ਮਿਲਦਾ ਹੈ, ਨਾਮ ਨਾਲ ਮੁਕਤੀ ਹੈ। ਗੁਰੂ ਨਾਨਕ ਨੇ ਵੀ ਬੜਾ ਜ਼ੋਰਦਾਰ ਲਫ਼ਜ਼ਾਂ ਵਿੱਚ ਕਿਹਾ ਹੈ, ਨਾਮ ਬਿਨਾ ਨਹੀਂ ਛੂਟ ਸਨਾਨਕ ਸੱਚੀ ਤਰਤ ਉਤਾਰੀ। ਜਿਸ ਤਰ੍ਹਾਂ ਹਾਥੀ ਦੀ ਸੁੰਡ ਤੋਂ ਬਿਨਾ ਦੁਰਦਸ਼ਾ ਹੁੰਦੀ ਹੈ, ਦਰਖਤ ਦੀ ਬਾਗ ਤੋਂ ਫਲ ਤੋਂ ਬਿਨਾ ਦੁਰਦਸ਼ਾ ਹੁੰਦੀ ਹੈ, ਔਰ ਗਊ ਨੂੰ ਦੁੱਧ ਤੋਂ ਬਗੈਰ ਕੋਈ ਵੰਡਾ ਨਹੀਂ ਪਾਉਂਦਾਗਾ, ਇਸੇ ਤਰ੍ਹਾਂ ਪਤਨੀ ਦੀ ਦੁਰਦਸ਼ਾ ਪਤੀ ਤੋਂ ਬਗੈਰ ਜੋ ਹੁੰਦੀ ਹੈ ਸਭ ਜਾਣਦੇ ਹੈ। ਰਾਤ ਚੰਦਰਮਾ ਤੋਂ ਬਿਨਾ ਰਾਤ ਸ਼ੋਭਾ ਨਹੀਂ ਪਾਉਂਦੀ ਗੀ। ਵੇਦ ਦੇ ਗਿਆਨ ਬਿਨਾ ਪੰਡਤ ਸ਼ੋਭਾ ਨਹੀਂ ਪਾਉਂਦਾਗਾ। ਇਸੇ ਤਰ੍ਹਾਂ ਪ੍ਰਭੂ ਦੇ ਨਾਮ ਤੋਂ ਬਗੈਰ ਜੀਵ ਸ਼ੋਭਾ ਨਹੀਂ ਪਾਉਂਦਾਗਾ। ਜੀਵ ਦੀ ਦੁਰਦਸ਼ਾ ਨਾਮ ਤੋਂ ਬਗੈਰ ਜੋ ਹੁੰਦੀ ਹੈ ਉਹ ਅੰਦਰ ਜਾ ਕੇ ਪਤਾ ਲੱਗਦਾ ਹੈ। ਗੁਰੂ ਰਾਮਦਾਸ ਨੇ ਕਿਹਾ ਹੈ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਉਹ ਪ੍ਰਭੂ ਪਰਮਾਤਮਾ ਦਾ ਨਾਮ ਨਹੀਂ ਵਸਦਾਗਾ, ਉਹਨਾਂ ਦੀ ਮਾਂ ਵਾਂਝ ਕਿਉਂ ਨਾ ਰਹੀ। ਉਹਨੇ ਐਸੇ ਪੁੱਤ ਨੂੰ ਜਨਮ ਹੀ ਕਿਉਂ ਦਿੱਤਾ ਜਿਸ ਦੇ ਹਿਰਦੇ ਦੇ ਅੰਦਰ ਨਾਮ ਨਹੀਂ ਟਿਕਿਆਗਾ, ਨਾਮ ਦੀ ਤੜਫ ਹੀ ਪੈਦਾ ਨਹੀਂ ਹੋਏਗੀ। ਜਿਵੇਂ ਸਵਾਸਾਂ ਤੋਂ ਬਿਨਾਂ ਬੰਦੇ ਦੀ ਕੋਈ ਕੀਮਤ ਨਹੀਂ ਗੀ, ਇਸੇ ਤਰ੍ਹਾਂ ਨਾਮ ਤੋਂ ਬਗੈਰ ਪ੍ਰਾਣੀ ਦੀ ਮਾਲਕ ਦੇ ਘਰ ਕੋਈ ਕੀਮਤ ਨਹੀਂ। ਗੁਰੂ ਰਾਮਦਾਸ ਜੀ ਕਹਿੰਦੇ ਹੈ, ਉਹਨਾਂ ਦੀ ਦੇਹ ਸੁੰਨੀ ਫਿਰਦੀ ਹੈ, ਉਹ ਵਿਸ਼ੇ ਵਿਕਾਰਾਂ ਦੇ ਵਿੱਚ ਉਲਝੇ ਹੋਏ ਹੈ। ਤਿੰਨ ਸੁੰਨੀ ਦੇਹ ਫਿਰੇ ਬਿਨ ਨਾਮ ਹੈ, ਉਹ ਖਪ ਖਪ ਮੂਏ ਕੁਰਾਂਝ ਹੈ। ਉਸ ਨੂੰ ਨਾਮ ਕਹਿ ਲੋ। ਸਾਨੂੰ ਪਤਾ ਹੈ ਕਿ ਨਾਮ ਇੱਕ ਛੋਟਾ ਜਿਹਾ ਲਫ਼ਜ਼ ਹੈ ਕਹਿਣ ਸੁਣਨ ਨੂੰ, ਲੇਕਿਨ ਇਸ ਦੇ ਪਿੱਛੇ ਜੋ ਸ਼ਕਤੀ ਛੁਪੀ ਹੋਈ ਹੈ ਉਹਦਾ ਅੰਦਾਜ਼ਾ ਬਾਹਰ ਲਫ਼ਜ਼ਾਂ ਨਾਲ ਨਹੀਂ ਲੱਗਦਾਗਾ। ਸਿਰਫ ਜਦੋਂ ਅਸੀਂ ਅੰਦਰ ਜਾ ਕੇ ਉਸ ਨਾਮ ਦੇ ਨਾਲ ਜੁੜ ਜਾਂਦੇ ਹਾਂ, ਉਸ ਨੂੰ ਆਪ ਦੇ ਅੰਦਰ ਪ੍ਰਗਟ ਕਰ ਲੈਂਦੇ ਹਾਂ, ਨਾਮ ਦਾ ਰੂਪ ਹੋ ਜਾਂਦੇ ਹਾਂ। ਗੁਰੂ ਸਾਹਿਬ ਕਹਿੰਦੇ ਹੈ, ਜਿਨੀ ਨਾਮ ਵਸਾਰਿਆ ਕਿਆ ਕਰਮ ਕਮਾਵੇ ਹੋਰ। ਜੰਪਰ ਬੁੱਧੇ ਮਾਰੀਏ ਜੋ ਸੰਨੀ ਉੱਪਰ ਚੋਰ। ਜਿਨ੍ਹਾਂ ਨੇ ਸ਼ਬਦ ਨਾਮ ਦੀ ਕਮਾਈ ਦਾ ਆਸਰਾ ਛੱਡ ਦਿੱਤਾ ਹੈ, ਬੇਸ਼ੱਕ ਉਹ ਮਨ ਬੁੱਧੀ ਨਾਲ ਜਿੰਨੇ ਮਰਜੀ ਸ੍ਰੇਸ਼ਟ ਕਰਮ ਕਮਾ ਲਵੇ, ਆਖਰ ਆਪ ਕਹਿਣ ਲੱਗੇ ਉਹ ਕਿਸੇ ਲੇਖੇ ਜਿਹੇ ਨਹੀਂ ਹੁੰਦੇਗੇ, ਬਲਕਿ ਕਰਮਾਂ ਦਾ ਹਿਸਾਬ ਭੁਗਤਣ ਵਾਸਤੇ ਚਾਹੇ ਚੰਗੇ ਹੈ ਚਾਹੇ ਮੰਦੇ ਹੈ, ਫਿਰ ਸੰਸਾਰ ਵਿੱਚ ਆਉਣਾ ਪੈਂਦਾ ਹੈ। ਅੱਗੇ ਜਮ ਆ ਕੇ ਪਕੜ ਲੈਂਦੇ ਹੈ, ਜੈਸਾ ਜੈਸਾ ਕਰਮ ਕੀਤਾ ਉਸ ਦਾ ਹਿਸਾਬ ਦੇਣਾ ਪੈਂਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੈ, ਜਿਸ ਤਰ੍ਹਾਂ ਇਨਸਾਨ ਨੱਕ ਤੋਂ ਬਗੈਰ ਰੂਪ ਦਿਸਦਾ ਹੈ, ਸ਼ੋਭਾ ਨਹੀਂ ਪਾਉਂਦਾਗਾ, ਇਸੇ ਤਰ੍ਹਾਂ ਪ੍ਰਾਣੀ ਦੀ ਵੀ ਦੁਰਦਸ਼ਾ ਹੁੰਦੀ ਹੈ। ਗੁਰੂ ਨਾਨਕ ਕਹਿੰਦਾ ਹੈ, ਨਾਮਹੀਨ ਨਕਟੇ ਨਰ ਦੇਖੇ ਤਿਨ ਕਸ ਕਸ ਨਾਕ ਵਢੀਜੈ। ਤੁਹਾਡੇ ਅੱਗੇ ਸਵਾਮੀ ਜੀ ਮਹਾਰਾਜ ਦਾ ਛੋਟਾ ਜਿਹਾ ਸ਼ਬਦ ਰੱਖਿਆ ਜਾਂਦਾ ਹੈ, ਗੌਰ ਨਾਲ ਸੁਣਨ ਵਾਲਾ ਹੈ। ਆਪੇ ਸ਼ਬਦ ਦੇ ਅੰਦਰ ਸ਼ਬਦ ਨਾਮ ਦਾ ਹੋਕਾ ਦਿੰਦੇ ਹੈ। ਉਹ ਭਾਗਾਂ ਵਾਲੇ ਜੀਵ ਹੈ
ਜਿਨ੍ਹਾਂ ਨੂੰ ਸ਼ਬਦ ਨਾਮ ਦਾ ਭੇਦ ਮਿਲ ਜਾਂਦਾ ਹੈ ਉਹ ਉਦੋਂ ਭਾਗਾਂ ਵਾਲੇ ਹੈ ਜਿਹੜੇ ਸ਼ਬਦ ਨਾਮ ਦੀ ਕਮਾਈ ਕਰਨ ਲੱਗ ਜਾਂਦੇ ਹੈ। ਜਿਨ੍ਹਾਂ ਨੂੰ ਸ਼ਬਦ ਨਾਮ ਦੀ ਪੂੰਜੀ ਨਹੀਂ ਮਿਲੇਗੀ, ਸਵਾਮੀ ਜੀ ਮਹਾਰਾਜ ਸ਼ਬਦ ਦੇ ਵਿੱਚ ਦੱਸਣਗੇ ਉਹ ਸੰਸਾਰ ਦੇ ਵਿੱਚ ਕੀ ਲੈਣ ਆਏ। ਜਿਸ ਤਰ੍ਹਾਂ ਦਾ ਉਹਨਾਂ ਨੇ ਜਨਮ ਲਿਆ, ਜਿਹੋ ਜਿਹਾ ਨਾਂ ਲਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹੈ, ਬੇਸ਼ੱਕ 18 ਪ੍ਰਾਣ, 4 ਵੇਦ, ਖਟ ਸ਼ਾਸਤਰ ਦਾ ਗਿਆਨ ਕਿਉਂ ਨਾ ਹੋਵੇ, ਅਤੀ ਚਤਰ ਕਿਉਂ ਨਾ ਹੋਵੇ, ਸਾਰੀ ਦੁਨੀਆ ਦਾ ਵਿਜੇਤਾ ਕਿਉਂ ਨਾ ਹੋ ਜਾਵੇ, ਉੱਚੀ ਕੁਲ ਦੇ ਅੰਦਰ ਉਸ ਦਾ ਜਨਮ ਕਿਉਂ ਨਾ ਹੋ ਜਾਵੇ, ਸਾਰੀ ਦੁਨੀਆ ਤੋਂ ਹੁਸਨ ਦਾ ਚੰਦ ਯੂਸਫ ਵਰਗੀ ਸ਼ਕਲ ਕਿਉਂ ਨਾ ਹੋਵੇ, ਪਰ ਜੇ ਹਿਰਦੇ ਦੇ ਵਿੱਚ ਨਾਮ ਨਹੀਂ ਵਸਿਆ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਆ ਉਹ ਜਿਉਂਦਾ ਮੋਇਆ ਸਮਾਨ ਹੈ। ਅਤ ਚਤਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਸੋ ਚੁੱਪਚਾਪ ਸਵਾਮੀ ਜੀ ਮਹਾਰਾਜ ਦਾ ਸ਼ਬਦ ਗੌਰ ਨਾਲ ਸੁਣੋ, ਕਿਉਂਕਿ ਸੰਤਾਂ ਦੀ ਬਾਣੀ ਬੜੀ ਵਿਚਾਰਨਯੋਗ ਹੁੰਦੀ ਹੈ। ਅਗਰ ਇੱਕ ਇੱਕ ਲਫ਼ਜ਼ ਨੂੰ ਅਸੀਂ ਵਿਚਾਰੀਏ ਤੇ ਸਾਡੀ ਜ਼ਿੰਦਗੀ ਦਾ ਬੜਾ ਇੱਕ ਅਮੋਲਕ ਸਮਾਂ ਹੁੰਦਾ ਹੈ। ਪਤਾ ਨਹੀਂ ਕਿਸ ਲਫ਼ਜ਼ ਨੇ ਸਾਡੀ ਮਨ ਨੂੰ ਪਲਟ ਕੇ ਰੱਖ ਦੇਣਾ ਹੁੰਦਾ ਹੈ। महिमा शब्द ਸਰੂਪ ਸਤਿਗੁਰ ਕੀ ਬਚਨ 9ਵਾਂ ਸ਼ਬਦ ਪਹਿਲਾ ਸੰਤਾਂ ਦੀ ਬਾਣੀ ਪੰਨਾ ਨੰਬਰ 38। ਤਨ 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 ਪਿਆਰੇ ਕਿਆ कहूँ महिमा शब्द की। तन 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 प्यारे क्या कहूँ महिमा शब्द की। ਜੋ ਸਾਰੇ ਸੰਸਾਰ ਦੀ ਉਤਪਤੀ ਕਰਦਾ ਹੈ, ਜੋ ਸਾਰੇ ਸੰਸਾਰ ਨੂੰ ਸਦਾ ਦੇ ਰਿਹਾ ਹੈ, ਜੋ ਕਣ ਕਣ ਦੇ ਵਿੱਚ ਵਿਆਪਕ ਹੈ, ਉਸੇ ਨੂੰ ਸਵਾਮੀ ਜੀ ਮਹਾਰਾਜ ਸ਼ਬਦ ਕਹਿ ਰਹੇ ਹੈ। ਕਹਿੰਦੇ ਮੈਂ ਕੀ ਉਹਦੀ ਉਪਮਾ ਕਰਾਂ, ਕੀ ਮਹਿਮਾ ਕਰਾਂ। ਇਸੇ ਨੂੰ ਗੁਰੂ ਅਮਰਦੇਵ ਜੀ ਵੀ ਮਹਾਰਾਜ ਕਹਿੰਦੇ ਹੈ, ਉਤਪਤ ਪਰਲੇ ਸ਼ਬਦੇ ਹੋਵੈ, ਸ਼ਬਦੇ ਹੀ ਫਿਰ ਉਪਤ ਹੋਵੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੈ, ਸ਼ਬਦੇ ਧਰਤੀ, ਸ਼ਬਦੇ ਆਕਾਸ਼, ਸ਼ਬਦੇ ਸ਼ਬਦ ਪਿਆ ਪ੍ਰਕਾਸ਼। ਸਗਲੀ ਸ੍ਰੇਸ਼ਟ ਸ਼ਬਦ ਕੇ ਪਾਸ਼ੇ, ਨਾਨਕ ਸ਼ਬਦ ਘਟੇ ਘਟ ਆਛੇ। ਤਨ 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 ਪਿਆਰੇ क्या कहूँ महिमा शब्द की। जो परचे हैं शब्द से सो जाने महिमा शब्द की। ਇਹ ਨਹੀਂ ਸੰਤ ਕਹਿੰਦੇ ਗੇ ਕਿ ਅਸੀਂ ਸ਼ਬਦ ਨੂੰ ਪਛਾਣ ਲਿਆ ਹੈ, ਉਹਦੀ ਮਹਿਮਾ ਨੂੰ ਸਮਝ ਲਿਆ ਹੈ। ਮਹਾਰਾਜ ਕਿਰਪਾਲ ਕਹਿੰਦੇ ਹੁੰਦੇ ਸੀ ਕਿ ਜੋ ਇੱਕ ਬੰਦਾ ਕੰਮ ਕਰਦਾ ਉਸ ਨੂੰ ਦੂਸਰਾ ਵੀ ਕਰ ਸਕਦਾ ਹੈ। ਸਵਾਮੀ ਜੀ ਮਹਾਰਾਜ ਵੀ ਇਹੀ ਕੁਝ ਕਹਿ ਰਹੇ ਹੈ ਕਿ ਪਿਆਰਿਓ, ਜੋ ਸ਼ਬਦ ਨੂੰ ਪ੍ਰਾਪਤ ਕਰਕੇ ਸ਼ਬਦ ਦੀ ਕਮਾਈ ਕਰਦੇ ਹੈ, ਉਹ ਇਹ ਸ਼ਬਦ ਦੀ ਮਹਿਮਾ ਨੂੰ ਜਾਣਦੇ ਹੈ, ਸ਼ਬਦ ਦੀ ਤਾਕਤ ਨੂੰ ਸਮਝਦੇ ਹੈ। ਆ ਹੁਣ ਗੁਰਮੇਲ ਸਿੰਘ ਨੇ ਜੋ ਸ਼ਬਦ ਬੋਲਿਆ ਸੀਗਾ ਕਿ ਸਾਰੇ ਸੰਤਾਂ ਦਾ ਇਹੀ ਫਰਮਾਨ ਹੈ, ਇਹੀ ਕਹਿਣ ਹੈ ਕਿ ਪਰਮਾਤਮਾ ਤੋਂ ਪਹਿਲਾਂ, ਹਰੀ ਤੋਂ ਪਹਿਲਾਂ ਤੁਸੀਂ ਗੁਰੂ ਨੂੰ ਦੇ ਪਾਸ ਜਾਓ, ਕਿਉਂਕਿ ਗੁਰੂ ਤੁਹਾਨੂੰ ਨਾਮ ਦਾ ਭੇਦ ਦੇਵੇਗਾ। ਇਹ ਜਿਹੜਾ ਤਨ ਹੈ ਇਹ ਵਿਸ਼ੇ ਬਕਾਰਾਂ ਦੀ ਇਹਦੇ ਵਿੱਚ ਬੇਲ ਹੈ, ਭਰਿਆ ਪਿਆ ਵਿਸ਼ੇ ਬਕਾਰਾਂ ਦੇ ਨਾਲ। ਇੱਕ ਗੁਰੂ ਹੀ ਹੈ, ਜਦ ਇਸ ਦੇ ਅੰਦਰ ਘਰ ਕਰ ਲੈਂਦਾ ਹੈ, ਸ਼ਬਦ ਰੂਪ ਹੋ ਕੇ ਬੈਠ ਜਾਂਦਾ ਹੈ, ਉਹ ਸਾਡੇ ਅੰਦਰ ਅੰਮ੍ਰਿਤ ਦਾ ਚਸ਼ਮਾ ਪੈਦਾ ਕਰ ਦਿੰਦਾ ਹੈ। ਪਿਆਰਿਓ, ਮੈਂ ਬਾਬਾ ਬਿਸ਼ਨ ਦਾਸ ਦੇ ਮੁਤਲਕ ਦੱਸਦਾ ਹੁੰਦਾ ਹਾਂ, ਜਿਨ੍ਹਾਂ ਤੋਂ ਮੈਨੂੰ 2 ਸ਼ਬਦ ਦਾ ਭੇਦ ਮਿਲਿਆ ਸੀ। ਜਿਨ੍ਹਾਂ ਮਹੱਲਾਂ ਦਾ ਉਹ ਮਾਲਕ ਸੀਗਾ, ਜਿਸ ਸੰਪਤੀ ਦਾ ਉਹ ਮਾਲਕ ਸੀਗਾ, ਮੈਂ ਅੱਖਾਂ ਨਾਲ ਦੇਖੀ। ਲੇਕਿਨ ਉਹ ਜਾ ਕੇ ਗੁਰੂ ਦੇ ਚਰਨਾਂ ਦੇ ਉੱਤੇ ਟਹਿ ਪਿਆ, ਕਹਿਣ ਲੱਗਿਆ ਕਿ ਮੈਨੂੰ ਨਰਕਾਂ ਤੋਂ ਬਚਾ ਲਓ। ਹੁਣ ਤੁਸੀਂ ਸੋਚ ਕੇ ਦੇਖ ਲਓ ਕਿ ਜਿਹਨੂੰ ਸਮਝ ਆ ਗਈ
ਕਿ ਇੱਕ ਗੁਰੂ ਹੀ ਹੈ ਨਰਕਾਂ ਚੋਂ ਸਾਨੂੰ ਕੱਢ ਸਕਦਾ ਹੈ। ਉਹਨਾਂ ਨੂੰ ਜਿਹੜੇ ਮਹੱਲ ਹੈ ਉਹ ਉਜਾੜ ਦੀ ਤਰ੍ਹਾਂ ਲੱਗਦੇ ਹੈ, ਖਾਣ ਦੀ ਤਰ੍ਹਾਂ ਆਉਂਦੇ ਹੈ। ਪਿਆਰਿਓ, ਨਾਮ ਕੋਈ ਤਾਕਤ ਹੈ, ਗੁਰੂ ਕੋਈ ਤਾਕਤ ਹੁੰਦਾ ਹੈ। ਕਿਸ ਤਰ੍ਹਾਂ ਗੋਪੀ ਚੰਦ ਪਰਥਰੀ ਵਰਗੇ, ਬਾਬਾ ਵਿਸ਼ਨਦਾਸ ਵਰਗੇ ਰਾਜ ਨੂੰ ਛੱਡ ਕੇ ਕਿਸ ਤਰ੍ਹਾਂ ਉਹ ਜੋਗੀ ਹੋਏ, ਕਿਸ ਤਰ੍ਹਾਂ ਜਾ ਕੇ ਗੁਰੂ ਦੇ ਚਰਨਾਂ ਦੇ ਉੱਤੇ ਟਹਿ ਪਏ। ਜੋ ਪਰਚੇ ਹੈ ਸ਼ਬਦ ਸੇ ਸੋ ਜਾਣੇ ਮਹਿਮਾ ਸ਼ਬਦ ਕੀ। ਛਿਨ ਛਿਨ ਰੱਖਿਆ ਹੋ ਰਹੀ ਕਿਆ ਉਪਮਾ ਕਹੂੰ ਮੈਂ ਸ਼ਬਦ ਕੀ। ਸਾਡਾ ਜਿਹੜਾ ਸਰੀਰ ਹੈ ਹਵਾ, ਪਾਣੀ, ਅੱਗ, ਆਕਾਸ਼ ਦਾ ਬਣਿਆ ਹੋਇਆ ਹੈ। ਇੱਕ ਤੱਤ ਦੂਸਰੇ ਦੇ ਦੁਸ਼ਮਣ ਹੈ। ਸਾਨੂੰ ਪਤਾ ਹੈ ਕਿ ਪਾਣੀ ਦੀ ਦੁਸ਼ਮਣ ਅੱਗ ਹੈ। ਅੱਗ ਜਿਹੜੀ ਹੈ ਪਾਣੀ ਨੂੰ ਖੁਸ਼ ਕਰ ਦਿੰਦੀ ਹੈ। ਇਸੇ ਤਰ੍ਹਾਂ ਪ੍ਰਿਥਵੀ ਨੂੰ ਪਾਣੀ ਘੋਲ ਲੈਂਦਾ ਹੈ ਔਰ ਇੱਕ ਤੱਤ ਦੂਸਰੇ ਦੇ ਵਿਰੋਧੀ ਹੈ। ਇੱਕ ਸ਼ਬਦ ਹੋਣ ਕਰਕੇ ਹੀ, ਸ਼ਬਦ ਦੀ ਤਾਕਤ ਵਿੱਚ ਹੋਣ ਕਰਕੇ ਹੀ ਸਾਡੀ ਰੱਖਿਆ ਹੋ ਰਹੀ ਹੈ। ਕਿਸ ਤਰ੍ਹਾਂ ਇਹ ਸਾਰੇ ਤੱਤ ਜਿਹੜੇ ਹੈ ਇਹ ਮਿਲ ਕੇ ਕੰਮ ਕਰ ਰਹੇ ਹੈ। ਮਹਾਰਾਜ ਜੀ ਦੱਸਦੇ ਹੁੰਦੇ ਸੀਗੇ ਕਿ ਜਦੋਂ ਪਰਲੋ ਵੀ ਆਉਂਦੀ ਹੈ ਉਦੋਂ ਪ੍ਰਿਥਵੀ ਨੂੰ ਪਾਣੀ ਘੋਲ ਲੈਂਦਾ ਹੈ ਔਰ ਪਾਣੀ ਨੂੰ ਅਗਨੀ ਉਡਾ ਕੇ ਲੈ ਜਾਂਦੀ ਹੈ, ਅਗਨੀ ਨੂੰ ਹਵਾ ਉਡਾ ਕੇ ਲੈ ਜਾਂਦੀ ਹੈ, ਹਵਾ ਆਕਾਸ਼ ਦੇ ਵਿੱਚ ਜਾ ਕੇ ਸਮਾ ਜਾਂਦੀ ਹੈ, ਆਕਾਸ਼ ਬ੍ਰਹਮ ਦੇ ਵਿੱਚ ਜਾ ਕੇ ਸਮਾ ਜਾਂਦਾ ਹੈ, ਦੁਨੀਆ ਦੇ ਅੰਦਰ ਧੰਦੂਕਾਰ ਛਾ ਜਾਂਦਾ ਹੈ। ਇਸ ਵਾਸਤੇ ਸਾਡੀ ਸੁੱਤਿਆਂ ਦੀ ਰੱਖਿਆ ਹੋ ਰਹੀ, ਸ਼ਬਦ ਕਰ ਰਿਹਾ ਹੈ, ਜਾਗਦਿਆਂ ਦੀ ਵੀ ਕਰਦਾ ਹੈ, ਤੁਰੇ ਫਿਰਦਿਆਂ ਦੀ ਵੀ ਕਰਦਾ ਹੈ। ਸਵਾਮੀ ਜੀ ਮਹਾਰਾਜ ਕਹਿੰਦੇ ਹੈ ਜਿਹੜਾ ਸਾਡੀ ਇਤਨੀ ਰੱਖਿਆ ਕਰ ਰਿਹਾ ਹੈ ਅਸੀਂ ਉਹਦੀ ਕੀ ਮਹਿਮਾ ਕਰੀਏ, ਕੀ ਉਹਦੀ ਤਾਕਤ ਨੂੰ ਬਿਆਨ ਕਰੀਏ। ਛਿਨ ਛਿਨ ਰੱਖਿਆ ਹੋ ਰਹੀ ਕਿਆ ਉਪਮਾ ਕਹੂੰ ਮੈਂ ਸ਼ਬਦ ਕੀ। ਬਿਨ ਸ਼ਬਦ ਫਿਰੇ ਪਰਮਾਤੀਆਂ ਨਹਿ ਜਾਨੀ ਗਤ ਮਤ ਸ਼ਬਦ ਕੀ। ਜੋ ਕੁਝ ਵੀ ਆਪਾਂ ਅੱਖਾਂ ਦੇ ਨਾਲ ਦੇਖਦੇ ਹਾਂ ਇਹ ਸਭ ਭਰਮ ਹੈ, ਛਲਾਵਾ ਹੈ। ਕਿਉਂਕਿ ਜਿਨ੍ਹਾਂ ਨੂੰ ਅਸੀਂ ਸਾਰੀ ਜ਼ਿੰਦਗੀ ਆਪਣਾ ਬਣਾਉਂਦੇ ਹੈ, ਨਾ ਕੋਈ ਕਿਸੇ ਦਾ ਕੋਈ ਬਣਦਾ ਹੈ, ਨਾ ਕੋਈ ਕਦੇ ਕਿਸੇ ਦਾ ਬਣਿਆ ਹੀ ਹੈ। ਪਤਾ ਨਹੀਂ ਅਸੀਂ ਕਰਮਾਂ ਦੇ ਬੱਧੇ ਹੋਏ ਜੀਵ ਕਿਹੜੇ ਪਾਸੇ ਆਉਂਦੇ ਹੈ। ਕੋਈ ਮਾਤਾ ਬਣਦੀ ਹੈ, ਕੋਈ ਭੈਣ ਬਣਦਾ ਹੈ, ਕੋਈ ਭਰਾ ਬਣਦਾ ਹੈ, ਕੋਈ ਪਿਤਾ ਬਣਦਾ ਹੈ। ਲੇਕਿਨ ਇਹ ਫਰਜ਼ੀ ਆਰਜੀ ਸਾਡੇ ਰਿਸ਼ਤੇ ਹੋ ਜਾਂਦੇ ਹੈ। ਜਿਵੇਂ ਜਿਵੇਂ ਸਾਡਾ ਕਰਮ ਜਾਂ ਦੇਣਾ ਲੈਣਾ ਸਮਾਪਤ ਹੁੰਦਾ ਜਾਂਦਾ ਹੈ ਅਸੀਂ ਆਪੋ ਆਪਣੇ ਰਸਤੇ ਨੂੰ ਪੈ ਜਾਂਦੇ ਹਾਂ। ਅਸੀਂ ਇਹ ਛਲਾਵੇ ਦੇ ਵਿੱਚ, ਭਰਮ ਦੇ ਵਿੱਚ ਕਿਸ ਤਰ੍ਹਾਂ ਵੱਜੇ ਹੋਏ ਆ, ਕਿਵੇਂ ਇੱਕ ਦੂਜੇ ਦੇ ਪਿਆਰ ਵਿੱਚ ਦੁਖੀ ਹੋਏ ਪਏ ਹੈ। ਆਉਂਦੇ ਹੈ ਅਸੀਂ ਖੁਸ਼ੀ ਹੁੰਦੇ ਹਾਂ, ਜਦ ਸਾਡੇ ਤੋਂ ਵਿਛੜ ਕੇ ਜਾਂਦੇ ਆ ਅਸੀਂ ਰੋਂਦੇ ਹਾਂ ਕਿ ਐਦੂ ਵੱਡਾ ਭਰਮ ਕੀ ਹੈ। ਨਾ ਸਾਨੂੰ ਇਹ ਪਤਾ ਹੈ ਕਿ ਇਹ ਆਉਂਦੇ ਕਿੱਥੋਂ ਹੈ, ਜਿਹੜੇ ਭੈਣ ਭਰਾ ਬਣਦੇ ਆ, ਨਾ ਸਾਨੂੰ ਇਹ ਪਤਾ ਇਹ ਜਾਂਦੇ ਕਿੱਥੇ ਹੈ, ਕਿਉਂਕਿ ਕੋਈ ਕਿਸੇ ਨੂੰ ਉਹ ਜਾ ਕੇ ਦੱਸਦਾ ਨਹੀਂ। ਇਸ ਵਾਸਤੇ ਕਬੀਰ ਸਾਹਿਬ ਕਹਿੰਦੇ ਹੈ ਕਿ ਉਧਰੋਂ ਕੋਈ ਨਾ ਆਇਆ ਜਾਤੇ ਪੁੱਛੂ ਧਾਏ, ਇਧਰੋਂ ਸਭ ਹੀ ਜਾਤ ਹੈ ਭਾਰ ਲਦਾਏ ਲਦਾਏ। ਤੋ ਕਬੀਰ ਸਾਹਿਬ ਕਹਿੰਦੇ ਹੈ ਉਧਰੋਂ ਸਤਿਗੁਰੂ ਆਉਂਦਾ ਹੈ ਜੋ ਸਾਨੂੰ ਸਾਡੇ ਘਰ ਦਾ ਭੇਦ ਬਤਾਉਂਦਾ ਹੈ। ਲੇਕਿਨ ਅਸੀਂ ਭਰਮ ਦੇ ਵਸ ਉਸ ਤੋਂ ਜਾ ਕੇ ਆਪਦਾ ਘਰ ਦਾ ਭੇਦ ਵੀ ਪ੍ਰਾਪਤ ਨਹੀਂ ਕਰ ਸਕਦੇ। ਮਾਲਕ ਦੇ ਜਿਹੜੇ ਪਿਆਰੇ ਹੈ ਜਦੋਂ ਆਪਦੀ ਆਤਮਾ ਤੋਂ ਤਿੰਨੇ ਪੜਦੇ ਸਥੂਲ ਸੂਖਸ਼ਮ ਕਾਰਨ ਲਾ ਲੈਂਦੇ ਹੈ, ਪਰਬ੍ਰਹਮ ਦੇ ਵਿੱਚ ਪਹੁੰਚ ਜਾਂਦੇ ਹੈ। ਇਦੋਂ ਵੀ ਉੱਪਰ ਜਦੋਂ ਸੱਚਖੰਡ ਦੇ ਵਿੱਚ ਪਹੁੰਚ ਜਾਂਦੇ ਹੈ ਇਸ ਸੰਸਾਰ ਨੂੰ ਇੱਕ ਤਮਾਸ਼ੇ ਦੀ ਤਰ੍ਹਾਂ ਲੈਂਦੇ ਹੈ। ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਮੈਂ ਹੂੰ ਪਰਮ ਪੁਰਖ ਕਾ ਦਾਸਾ, ਦੇਖਣ ਆਇਓ ਜਗ ਤਮਾਸ਼ਾ। ਉਹ ਇੱਕ ਤਮਾਸ਼ੇ ਦੇ ਤੌਰ ਤੇ ਲੈਂਦੇ ਹੈ। ਕਬੀਰ ਸਾਹਿਬ ਵੀ ਕਹਿੰਦੇ ਹੈ ਬਾਜੀਗਰ ਡੰਕ ਵਜਾਈ ਸਭ ਖਲਕ ਤਮਾਸ਼ੇ ਆਈ। ਜਿਵੇਂ ਬਾਜੀਗਰ ਡੱਗਾ ਵਜਾਉਂਦਾ ਹੈ ਸਾਰੀ ਦੁਨੀਆ ਦੇਖਣ ਵਾਸਤੇ ਆ ਜਾਂਦੀ ਹੈ।
ਆਪਣਾ ਸਵਾਂਗ ਸਕੇਲਾ, ਜਦੋਂ ਆਪਣਾ ਜਿਹੜਾ ਸਵਾਂਗ ਹੈ ਦਿਖਾ ਕੇ ਉਹ ਸਮਾਨ ਇਕੱਠਾ ਕਰ ਲੈਂਦਾ ਹੈ, ਲੋਕ ਆਪੋ ਆਪਣੇ ਘਰਾਂ ਨੂੰ ਮੁੜ ਜਾਂਦੇ ਹੈ। ਉਹ ਪਰਮਾਤਮਾ ਇੱਕ ਆਪਣੀ ਬਾਜੀ ਪਾਈ ਹੈ, ਕਿਸੇ ਨੂੰ ਔਰਤ ਬਣਾ ਕੇ ਭੇਜਦਾ, ਕਿਸੇ ਨੂੰ ਮਰਦ, ਕਿਸੇ ਨੂੰ ਬੰਦਰ ਬਣਾਉਂਦਾ ਹੈ, ਕਿਸੇ ਨੂੰ ਮੱਝ ਗਾਂ ਦੇ ਚੋਲੇ ਵਿੱਚ ਭੇਜਦਾ ਹੈ। ਜਦੋਂ ਆਪਣਾ ਸ਼ਬਦ ਆਪਣਾ ਖੇਲ ਪੂਰਾ ਕਰ ਲੈਂਦਾ ਹੈ, ਸ਼ਬਦ ਆਪਣਾ ਦੁਨੀਆ ਚੋਂ ਖਿੱਚ ਲੈਂਦਾ ਹੈ ਔਰ ਆਪਣੇ ਪਿਆਰ ਦੇ ਵਿੱਚ ਕਹਿੰਦੇ ਹੈ ਕਿ ਉਹ ਲੇਕਿਨ ਜਿਹੜੇ ਤਾਂ ਬਾਜੀ ਨੂੰ ਦੇਖਦੇ ਹੈ ਉਹ ਤਾਂ ਨਾ ਇਹਦਾ ਸੋਗ ਕਰਦੇ ਹੈ, ਨਾ ਇਹਦੀ ਖੁਸ਼ੀ ਕਰਦੇ ਹੈ। ਬਾਕੀ ਅਸੀਂ ਭਰਮ ਦੇ ਵਿੱਚ ਪਏ ਹੁੰਨੇ ਆ, ਭਰਮ ਦੇ ਵਸ ਰੋਨੇ ਹੈ, ਭਰਮ ਦੇ ਵਸ ਹੀ ਹੱਸਦੇ ਹੈ। ਬਿਨ ਸ਼ਬਦ ਫਿਰੇ ਪਰਮਾਤੀਆਂ, ਨਹਿ ਜਾਨੀ ਗਤ ਮਤ ਸ਼ਬਦ ਕੀ। ਜਿਨ ਗੁਰ ਪਾਇਆ ਸ਼ਬਦ ਕਾ, ਔਰ ਪ੍ਰੀਤ ਕਰੀ ਜਿਨ ਸ਼ਬਦ ਕੀ। ਕੌਣ ਇਸ ਭਰਮ ਜਾਲ ਤੋਂ ਨਿਕਲਦਾ ਹੈ? ਜਿਨ੍ਹਾਂ ਨੂੰ ਸ਼ਬਦ ਸਰੂਪੀ ਸ਼ਬਦ ਅਭਿਆਸੀ ਗੁਰੂ ਮਿਲ ਜਾਂਦਾ ਹੈ ਔਰ ਜਿਨ੍ਹਾਂ ਨੇ ਪ੍ਰੇਮ ਪਿਆਰ ਦੇ ਨਾਲ ਸ਼ਬਦ ਦੀ ਕਮਾਈ ਕੀਤੀ, ਸ਼ਬਦ ਨੂੰ ਆਪਦੇ ਅੰਦਰ ਪ੍ਰਗਟ ਕਰ ਲਿਆ। ਪਿਆਰਿਓ, ਰੇਲਵੇ ਵਾਲੇ ਟਿਕਟ ਦਿੰਦੇ ਹੈ, ਅੱਗੇ ਮੁਸਾਫਰ ਦੀ ਜ਼ਿੰਮੇਵਾਰੀ ਹੈ ਕਿ ਉਸ ਟਿਕਟ ਤੋਂ ਫਾਇਦਾ ਉਠਾ ਕੇ ਟ੍ਰੇਨ ਦੇ ਵਿੱਚ ਬੈਠਦਾ ਹੈ। ਜੇ ਉਹ ਟਿਕਟ ਲੈ ਕੇ ਟ੍ਰੇਨ 'ਚ ਨਾ ਬੈਠੇ ਘਰ ਨੂੰ ਚਲਾ ਜਾਏ ਤਾਂ ਰੇਲਵੇ ਦਾ ਜਿਹੜਾ ਮਹਿਕਮਾ ਹੈ ਉਹਨਾਂ ਦੀ ਕੀ ਜ਼ਿੰਮੇਵਾਰੀ ਹੈ। ਇਸੇ ਤਰ੍ਹਾਂ ਸਤਿਗੁਰੂ ਸਾਨੂੰ ਸ਼ਬਦ ਦਾ ਭੇਦ ਦਿੰਦਾ ਹੈ, ਨਾਮ ਦੀ ਟਿਕਟ ਦਿੰਦਾ ਹੈ। ਹੁਣ ਸਾਡਾ ਫਰਜ਼ ਹੈ ਕਿ ਉਹ ਸ਼ਬਦ ਦੇ ਜਹਾਜ਼ ਦੇ ਵਿੱਚ ਪਿਆਰ ਨਾਲ ਬੈਠੀਏ, ਜੋ ਦੱਸਦਾ ਹੈ ਉਸ ਦੀ ਕਮਾਈ ਕਰੀਏ ਔਰ ਉਸ ਨੂੰ ਆਪਦੇ ਅੰਦਰ ਪ੍ਰਗਟ ਕਰੀਏ। ਇਹ ਨਹੀਂ ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਕਿ ਦਵਾਈ ਡਾਕਟਰ ਤੋਂ ਲਿਆ ਕੇ ਆਲੇ ਵਿੱਚ ਰੱਖ ਦਿੱਤੀ ਹੈ, ਨਾ ਪਰਹੇਜ਼ ਰੱਖਿਆ, ਨਾ ਉਸ ਨੂੰ ਖਾਧਾ, ਉਹ ਕਿਸ ਤਰ੍ਹਾਂ ਬਿਮਾਰੀ ਦੂਰ ਜਾਏਗੀ। ਜਿਨ ਗੁਰ ਪਾਇਆ ਸ਼ਬਦ ਕਾ, ਔਰ ਪ੍ਰੀਤ ਕਰੀ ਜਿਨ ਸ਼ਬਦ ਕੀ। ਬੜੇ ਭਾਗੀ ਵੇ ਜੀਵ ਹੈ, ਜੋ ਕਰੇ ਕਮਾਈ ਸ਼ਬਦ ਕੀ। ਹੁਣ ਆ ਪਿਆਰ ਨਾਲ ਕਹਿੰਦੇ ਆ, ਦੁਨੀਆ ਦੇ ਵਿੱਚ ਉੱਚੇ ਭਾਗਾਂ ਵਾਲੇ ਕੌਣ ਹੈ, ਸੁੱਚੇ ਭਾਗਾਂ ਵਾਲੇ ਕੌਣ ਹੈ? ਜਿਹੜੇ ਸ਼ਬਦ ਨਾਮ ਦੀ ਕਮਾਈ ਕਰਦੇ ਆ, ਸੁੱਤੇ ਜਾਗਦੇ ਉੱਠਦੇ ਬਹਿੰਦੇ ਸ਼ਬਦ ਦੀ ਕਮਾਈ ਕਰਦੇ ਆ। ਪਿਆਰਿਓ, ਅਸੀਂ ਆਮ ਤੌਰ ਦੇ ਉੱਤੇ ਕੋਈ ਦੁਨਿਆਵੀ ਤਰੱਕੀ ਹੋ ਜਾਵੇ, ਘਰੇ ਬੱਚਾ ਪੈਦਾ ਹੋ ਜਾਵੇ, ਸ਼ਾਦੀ ਹੋ ਜਾਵੇ, ਅੱਛੀ ਪਤਨੀ ਮਿਲ ਜਾਵੇ ਜਾਂ ਅੱਛਾ ਪਤੀ ਮਿਲ ਜਾਵੇ ਜਾਂ ਹੋਰ ਕੋਈ ਉੱਚਾ ਉਹਦਾ ਮਿਲ ਜਾਵੇ, ਅਸੀਂ ਕਹਿੰਦੇ ਬੜੇ ਉੱਚੇ ਭਾਗ ਹੈ। ਲੇਕਿਨ ਤੁਸੀਂ ਸੋਚ ਕੇ ਦੇਖ ਲਓ, ਜਿਹੜਾ ਉਹ ਮਿਲਿਆ ਉਹਦਾ ਉਹ ਸਾਡੇ ਕੋਲੇ ਸਦਾ ਨਹੀਂ ਰਹਿਣਾਗਾ। ਇੱਕ ਦਿਨ ਸਾਥੋਂ ਖੁੱਸ ਜ਼ਰੂਰ ਜਾਣਾ ਹੈ, ਸਾਡੇ ਕੋਲੋਂ ਚਲਿਆ ਜਾਣਾ ਹੈ। ਲੇਕਿਨ ਜਿਹੜੀ ਸ਼ਬਦ ਨਾਮ ਦੀ ਕਮਾਈ ਹੈ ਇਹ ਸਾਡੇ ਸਾਥ ਜਾਣੀ ਹੈ। ਇਸ ਵਾਸਤੇ ਉੱਚੇ ਭਾਗਾਂ ਵਾਲੇ ਕਿਹੜੇ ਹੈ ਕਿ ਜਿਹੜੇ ਸ਼ਬਦ ਨਾਮ ਦੀ ਕਮਾਈ ਕਰਦੇ ਹੈ। ਨਾਮ ਦੇ ਧਨ ਨੂੰ ਚੋਰ ਚਰਾ ਨਹੀਂ ਸਕਦਾ, ਠੱਗ ਠੱਗੀ ਨਹੀਂ ਮਾਰ ਸਕਦਾਗਾ, ਇਸ ਤੇ ਕਿਸੇ ਦਾ ਜੇਜੀਆ ਡੰਡ ਜਾਂ ਜੁਗਾਤ ਨਹੀਂ ਗੀ। ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਆ ਉਹ ਉੱਚੇ ਭਾਗਾਂ ਵਾਲੇ ਆ ਜਿਹੜੇ ਨਾਮ ਦੀ ਪੂੰਜੀ ਇਕੱਠੀ ਕਰਦੇ ਆ। ਬੜ ਭਾਗੀ ਵੇ ਜੀਵ ਹੈ, ਜੋ ਕਰੇ ਕਮਾਈ ਸ਼ਬਦ ਕੀ। ਬਿਨਾ ਸ਼ਬਦ ਮਨ ਬਸ ਨਹੀਂ, ਤੁਮ ਸੁਰਤ ਕਰੋ ਅਬ ਸ਼ਬਦ ਕੀ। ਕਿਉਂ ਸ਼ਬਦ ਨਾਮ ਦੀ ਕਮਾਈ ਕਰਨੀ ਹੈ? ਆਪ ਪਿਆਰ ਦੇ ਨਾਲ ਕਹਿੰਦੇ ਆ ਜਿਹੜਾ ਮਨ ਹੈ, ਮਨ ਬੇਸ਼ੱਕ ਛੋਟਾ ਜਿਹਾ ਲਫ਼ਜ਼ ਹੈ। ਤੁਸੀਂ ਇਤਿਹਾਸ ਪੜ੍ਹ ਕੇ ਦੇਖ ਲਓ, ਰਿਖੀਆਂ ਮੁਨੀਆਂ ਦੇ ਬੜੇ ਹਟੀ ਸਨ, ਆਖਰ ਉਹ ਵੀ ਮਨ ਦੇ ਦਾਸ ਹੋਏ।
ਕਿਸੇ ਦੀ ਕੀ ਗੱਲ ਕਰਨੀ ਹੈ। ਸਤਸੰਗੀਆਂ ਨੂੰ ਪਤਾ ਹੈ ਕਿ ਮਨ ਨਾਲ ਕੀ ਮੁਕਾਬਲਾ ਕਰਨਾ ਪੈਂਦਾ ਹੈ। ਮਨ ਕਿਸ ਤਰ੍ਹਾਂ ਰੋਜ਼ ਮਿੱਠੀਆਂ ਮਿੱਠੀਆਂ ਵਕੀਲ ਦੀ ਤਰ੍ਹਾਂ ਗੱਲਾਂ ਦੱਸ ਕੇ ਹਰ ਇੱਕ ਨੂੰ ਗੁੰਮਰਾਹ ਕਰ ਰਿਹਾ ਹੈ। ਸਵਾਮੀ ਜੀ ਮਹਾਰਾਜ ਕਹਿੰਦੇ ਆ, ਕਦੇ ਤਾਂ ਮਿੱਤਰ ਬਣ ਕੇ ਇਹ ਅੱਛੀਆਂ ਪਿਆਰੀਆਂ ਸਲਾਹਾਂ ਦੇ ਕੇ ਬੰਦੇ ਨੂੰ ਅੰਦਰੋਂ ਹੀ ਗੁੰਮਰਾਹ ਕਰ ਲੈਂਦਾ ਹੈ। ਕਦੇ ਕੋਈ ਨਾ ਕੋਈ ਰੋਗ ਦਾ ਬਹਾਨਾ ਲਾਉਂਦਾ ਹੈ ਕਿ ਦੇਖ ਬਈ, ਜੇ ਤੂੰ ਤੰਦਰੁਸਤ ਹੋਵੇਂ ਤਾਂ ਹੀ ਭਜਨ ਕਰੇ ਨਾ, ਹੁਣ ਤਾਂ ਤੂੰ ਬਿਮਾਰ ਹੈ, ਉਧਰੋਂ ਭਜਨ ਤੋਂ ਛਡਾਉਣਾ ਹੈ। ਇਸੇ ਤਰ੍ਹਾਂ ਕਦੇ ਡਰ ਪੈਦਾ ਕਰਦਾ ਹੈ ਕਿ ਜੇ ਤੂੰ ਪ੍ਰਮਾਤਮਾ ਦੀ ਭਗਤੀ ਕਰਨ ਲੱਗ ਗਿਆ ਤਾਂ ਤੇਰਾ ਇਹ ਨੁਕਸਾਨ ਹੋਏਗਾ, ਇਹ ਤੇਰਾ ਕਾਰੋਬਾਰ ਦੇ ਵਿੱਚ ਘਾਟਾ ਪੈ ਜਾਏਗਾ, ਤੂੰ ਜਾ ਕੇ ਕਾਰੋਬਾਰ ਕਰ। ਮਤਲਬ ਇਹ ਕਹਿਣ ਦਾ ਹੈ ਕਿ ਪਿਆਰਿਓ, ਮਨ ਸਤਸੰਗੀ ਸਮਝਦੇ ਹੈ ਕਿ ਮਨ ਕੀ ਕਰ ਰਿਹਾ ਹੈ। ਰਿਖੀਆਂ ਮੁਨੀਆਂ ਦਾ ਇਤਿਹਾਸ ਪੜ੍ਹਨ ਨਾਲੋਂ ਤੁਸੀਂ ਆਪਣੀ ਜ਼ਿੰਦਗੀ ਦੇ ਇਤਿਹਾਸ ਪੜ੍ਹ ਕੇ ਦੇਖ ਲਓ। ਬਿਨਾ ਸ਼ਬਦ ਮਨ ਬਸ ਨਹੀਂ, ਤੁਮ ਸੁਰਤ ਕਰੋ ਅਬ ਸ਼ਬਦ ਕੀ। ਵੇ ਕਿਉਂ ਆਏ ਇਸ ਜਗਤ में, जिन मिली न पूंजी शब्द की। मैं ऊपर गुरु रामदास जी महाराज की बाणी का मिसाल दे के आया सीगा कि जिन हर हिरदे नाम न वस्यो तिन मात कीजा हर वांझा। जिन्हां दे बच्चियां नूं नाम नहीं मिलिया, उन्हां दियां माता वांझ क्यों न रह गईयां। यही स्वामी जी महाराज कहते हैं, वो इंसान के जामे च क्यों आए, इदू तो पशु ढोर ही बन जाते। जिन्हां नूं शब्द नाम का भेद ही नहीं मिलिया, जिन्हां दी आत्मा के अंदर नाम की तड़प ही पैदा नहीं हुई। आप प्यार ना कहते हैं, नाम ते आए न साजना जन्म पदार्थ जीत, नानक धर्म ऐसे चो कीतो ने भवन पनीत। गुरु अर्जन देव जी महाराज तो इथों तक कहते हैं कि पापी कर्म कमामदे करदे हाय हाय, नानक ज्यों मथन मदानिया त्यों मथे धर्म राय। वे क्यों आए इस जगत में, जिन मिली न पूंजी शब्द की। तूने कट में हर दम हो रही, क्यों सुने न बानी शब्द की। ओ कलमा, ओ बाणी, ओ धुन हर दम थोड़े घट दे अंदर तुनकारा दे रही है, थानू अपनी तरफ बुला रही है। लेकिन असी इस नू अपने आप सुन नहीं सकते, अंदर जा नहीं सकते गे, जिन्ना चिकर असी किसी ऐसे महात्मा के चरणों में जाके नहीं बैठते गए जिसने इस शब्द नू आप दे अंदर प्रगट कर लिया होवे, शब्द रूप होके बैठ गया होवे। महाराज कृपाल कहते हुंदे सी, पढ़िया ही पढ़ा सकता है, पहलवान ही पहलवानी सिखा सकता है। जिने खुद नहीं सारी जिंदगी च कीता, वो दूसरे नू की दस सकता है, किसी नू की दे देवेगा। सच तां गुरु नानक साहब ये कहते हैं कि जिहदी अंदर कोई रसाई नहीं, अंदर पहुंचिया नहीं, गल्लां सचखंड दियां करदा है। कहण लगे नानक ते नर असल खर, जे बिन गुण गर्भ करंत। जिन्हां दी अंदर रसाई नहीं, जिन्हां दी अंदर पहुंच नहीं गई, वो हंकार करते हैं कि असी महात्मा है, असी गुणी ज्ञानी है। आप पता नहीं की होएगा, लोकां नूं पिछे होर ला लेंदे है। तूने कट में हर दम हो रही, क्यों सुने न बानी शब्द की। तू बैठ अकेला ध्यान कर, तो मिले निशानी शब्द की। स्वामी जी महाराज कहते हैं कि तुसी गृहस्थ दे विच रहंदियां होया थोड़ा बहुत एकांत विच बैठ के भजन दे वास्ते भी टाइम कड्डो। जिस तरह असी
ਹੋਰ ਵੀ ਦੁਨੀਆ ਦੇ ਕੰਮ ਕਰਦੇ ਹਾਂ ਕਿ ਭਜਨ ਹੀ ਐਸਾ ਹੈ ਜਿਹਦੇ ਵਾਸਤੇ ਟਾਈਮ ਨਾ ਕੱਢਿਆ ਜਾਵੇ। ਸੰਤਾਂ ਨੇ ਨਿਸ਼ਾਨ ਦੱਸ ਦਿੱਤਾ ਹੈ ਕਿ ਕਿਸ ਜਗ੍ਹਾ ਧਿਆਨ ਟਿਕਾਉਣਾ ਹੈ, ਰਸਤਾ ਦੱਸ ਦਿੱਤਾ ਹੈ। ਇਹ ਨਹੀਂ ਕਿ ਉਹਨਾਂ ਨੇ ਨਿਸ਼ਾਨ ਹੀ ਦੱਸ ਦਿੱਤਾ, ਰਸਤਾ ਹੀ ਦੱਸ ਦਿੱਤਾ ਕਿ ਇਸ ਰਸਤੇ ਜਾਣਾ ਹੈ। ਜੋ ਪ੍ਰੇਮੀ ਕਮਾਈ ਕਰਦੇ ਆ ਉਹਨਾਂ ਨੂੰ ਪਤਾ ਹੈ ਕਿ ਉਹ ਹਰ ਮੰਜ਼ਿਲ ਤੇ ਜੀਵ ਦੇ ਨਾਲ ਹੋ ਕੇ ਅੱਗੇ ਲਿਜਾਂਦੇ ਹੈ। ਉਹ ਇੱਕ ਸਕਿੰਟ ਵੀ ਪਿੱਛੇ ਨਹੀਂ ਜਾਂਦੇਗੇ। ਤੁਸੀਂ ਖੁਦ ਸਿਮਰਨ ਦੇ ਜ਼ਰੀਏ 9 ਦੁਆਰੇ ਖਾਲੀ ਕਰਕੇ ਅੱਖਾਂ ਪਿੱਛੇ ਆ ਕੇ ਤਾਂ ਦੇਖੋ, ਤੁਹਾਡਾ ਗੁਰੂ ਤੁਹਾਡੇ ਨਾਲੋਂ ਪਹਿਲਾਂ ਮੌਜੂਦ ਉੱਥੇ ਹੈ। ਗੁਰੂ ਨਾਨਕ ਕਹਿੰਦੇ ਆ, ਸਤ ਗੁਰੂ ਮੇਰਾ ਸਦਾ ਹੈ ਨਾਲੇ, ਸਿਮਰ ਸਿਮਰ ਤੂੰ ਸਦਾ ਸੰਭਾਲੇ। ਗੁਰੂ ਸਦਾ ਨਾਲ ਹੈ, ਤੂੰ ਸਿਮਰਨ ਯਾਦ ਕਰ, ਉਹ ਤੇਰੇ ਨਾਲ ਹੀ ਹੈ, ਤੇਰੀ ਸਦਾ ਸੰਭਾਲ ਕਰਦਾ ਹੈ। ਮੇਰਾ ਜਾਤੀ ਤਜਰਬਾ ਹੈ, ਜਿੰਨਾ ਚਿਰ ਗੁਰੂ ਸਿੱਖ ਦਾ ਮੁਕਾਬਲਾ ਨਹੀਂ ਹੁੰਦਾਗਾ ਕਿ ਕੌਣ ਜ਼ਿਆਦਾ ਯਾਦ ਕਰਦਾ ਹੈ। ਕਿਉਂਕਿ ਗੁਰੂ ਜਿਹੜਾ ਹੈ ਸੇਵਕ ਨੂੰ, ਜੇ ਸੇਵਕ ਇੱਕ ਵਾਰੀ ਯਾਦ ਕਰਦਾ ਤਾਂ ਸੈਂਕੜੇ ਦਫਾ ਵੱਧ ਯਾਦ ਕਰਦਾ ਹੈ। ਤੇ ਜੇ ਸੇਵਕ ਦਾ ਵੀ ਉਹੀ ਮੁਕਾਬਲਾ ਨਾਲ ਚੱਲ ਪਏ ਕਿ ਤੂੰ ਜ਼ਿਆਦਾ ਯਾਦ ਕਰਦਾ ਜਾਂ ਮੈਂ ਤੈਨੂੰ ਜ਼ਿਆਦਾ ਯਾਦ ਕਰਦਾ ਹਾਂ, ਫੇਰ ਦੇਖ ਕਿ ਕਿਸ ਤਰ੍ਹਾਂ ਉਹ ਸੁੱਤਿਆਂ ਵੀ ਨਾਲ, ਜਾਗਦਿਆਂ ਵੀ ਨਾਲ ਹੈ, ਜੰਗਲਾਂ ਪਹਾੜਾਂ ਦੇ ਵਿੱਚ ਵੀ ਗੁਰੂ ਨਾਲ ਹੈ, ਔਖੇ ਵਕਤ ਦੇ ਵਿੱਚ ਆ ਕੇ ਉਹ ਸੰਭਾਲ ਕਰਦਾ ਹੈ। ਹੁਣ ਸਾਡੀ ਕੀ ਹਾਲਤ ਹੈ? ਅਸੀਂ ਕਈ ਘੰਟੇ, ਕਈ ਦਿਨ ਗੁਰੂ ਨੂੰ ਭੁੱਲੇ ਰਹਿੰਦੇ ਆ। ਅਸੀਂ ਮੁਕਾਬਲਾ ਤਾਂ ਕੀ ਕਰਨਾ ਸੀ, ਅਸੀਂ ਗੁਰੂ ਦੀ ਤਰਫੋਂ ਸੁੱਤੇ ਰਹਿੰਦੇ ਹਾਂ। ਤੂੰ ਬੈਠ ਅਕੇਲਾ ਧਿਆਨ ਧਰ, ਤੋ ਮਿਲੇ ਨਿਸ਼ਾਨੀ ਸ਼ਬਦ ਕੀ। ਤਾਜੇ ਆਲਸ ਨਿੰਦਰਾ ਕਾਹਲੀ, ਤੂੰ ਲਗਨ ਲਗਾ ਲੈ ਸ਼ਬਦ ਕੀ। ਹੁਣ ਸਵਾਮੀ ਜੀ ਮਹਾਰਾਜ ਪਿਆਰ ਨਾਲ ਦੱਸਦੇ ਆ ਕਿਹੜੀਆਂ ਚੀਜ਼ਾਂ ਸਾਨੂੰ ਰੁਕਾਵਟ ਪਾਉਂਦੀਆਂ ਅੰਦਰ ਜਾਣ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਆਲਸ ਹੈ, ਵੀ ਰਾਤ ਵੱਡੀ ਹੈ ਫੇਰ ਭਜਨ ਕਰ ਲਾਂਗੇ, ਜਾਂ ਹੁਣ ਦਿਨੇ ਆਰਾਮ ਕਰ ਲਈਏ ਰਾਤ ਨੂੰ ਭਜਨ ਕਰ ਲਾਂਗੇ। ਪਲੈਨਿੰਗਾਂ ਕਰਦੇ ਕਰਦੇ ਅਸੀਂ ਆਲਸ ਕਰਦੇ ਕਰਦੇ ਹੀ ਸਮਾਂ ਕੱਢੀ ਜਾਂਦੇ ਹਾਂ। ਦੂਸਰੀ, ਮਨ ਸਾਡੇ ਅੰਦਰ ਕਾਹਲੀ ਪੈਦਾ ਕਰਦਾ ਹੈ। ਜੇ ਕਿਤੇ ਭੁੱਲ ਭੁਲੇਖੇ 4 ਦਿਨ 2 ਦਿਨ ਅਸੀਂ ਭਜਨ ਅਭਿਆਸ ਤੇ ਬੈਠ ਜਾਂਦੇ ਹਾਂ ਤਾਂ ਅਸੀਂ ਕਹਿੰਦੇ ਜੀ ਸਾਡੀ ਤਰੱਕੀ ਨਹੀਂ ਹੋਏਗੀ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ ਕਿ ਪੱਛਮ ਦੇ ਲੋਕਾਂ ਦਾ ਜਿਹੜਾ ਮਨ ਹੈ ਇਹ ਬਹੁਤ ਕਾਹਲਾ ਪੈ ਜਾਂਦਾ ਹੈ। ਕੋਈ ਪ੍ਰੇਮੀ ਉਹਨਾਂ ਤੋਂ ਨਾਮ ਲੈ ਕੇ ਆਇਆ, ਹਫ਼ਤੇ ਤੋਂ ਬਾਅਦ ਹੀ ਉਹਨੇ ਪੱਤਰ ਲਿਖ ਘੱਲਿਆ ਕਿ ਮੈਂ ਜੀ ਮੇਰੀ ਅਜੇ ਕੋਈ ਤਰੱਕੀ ਨਹੀਂ ਹੋਈ। ਹੁਣ ਤੁਸੀਂ ਸੋਚ ਕੇ ਦੇਖ ਲਓ ਕਿ ਕਿੰਨਾ ਕੁ ਅਸੀਂ ਭਜਨ ਕਰ ਲਿਆ ਹੈ। ਸੋ ਇਸ ਵਾਸਤੇ ਸਵਾਮੀ ਜੀ ਮਹਾਰਾਜ ਕਹਿੰਦੇ ਆ, ਆਲਸ ਛੱਡੋ, ਕਾਹਲੀ ਕਰਨੀ ਛੱਡੋ, ਕਿਉਂਕਿ ਸਹਿਜ ਪੱਕੇ ਸੋ ਮੀਠਾ। ਗੁਰੂ ਸਾਹਿਬ ਕਹਿੰਦੇ ਆ ਕਿ ਜਿਹੜਾ ਕਾਹਲੀ ਦਾ ਕੰਮ ਹੈ ਉਹ ਕਾਲ ਦੀ ਤਰਫੋਂ ਹੈ। ਤਾਜੇ ਆਲਸ ਨਿੰਦਰਾ ਕਾਹਲੀ, ਤੂੰ ਲਗਨ ਲਗਾ ਲੈ ਸ਼ਬਦ ਕੀ। 5 ਸ਼ਬਦ ਘਟ ਮੇਂ ਬਜੇ, ਯਹ ਨਿਰਨੇ ਕਰ ਲੈ ਸ਼ਬਦ ਕੀ। ਹੁਣ ਆ ਪਿਆਰ ਨਾਲ ਕਹਿੰਦੇ ਆ ਕਿ ਇੱਕ ਸ਼ਬਦ ਨੇ ਤੇਰੇ ਅੰਦਰ 5 ਸ਼ਬਦ ਤੁਨਕਾਰਾਂ ਦੇ ਰਹੇ ਆ। ਤੂੰ ਅੰਦਰ ਵੜ ਕੇ ਨਿਰਣਾ ਕਰਕੇ ਦੇਖ ਲੈ। ਸਭ ਸੰਤ ਅਗਵਾਹੀ ਭਰਦੇ ਹੈ। ਗੁਰੂ ਨਾਨਕ ਨੇ ਵੀ ਕਿਹਾ ਹੈ, ਸਭ ਸਖੀਆਂ ਪੰਚੇ ਮਿਲੇ, ਗੁਰਮੁਖ ਨਿਜ ਕਰ ਵਾਸ, ਸ਼ਬਦ ਖੋਜ ਜੋ ਕਰ ਲੈ, ਨਾਨਕ ਤਾ ਕਾ ਦਾਸ। ਸਵਾਲ ਪੈਦਾ ਹੁੰਦਾ ਹੈ ਕਿ ਮਹਾਤਮਾ ਇਸ ਨੂੰ 5 ਸ਼ਬਦ ਕਿਉਂ ਕਹਿੰਦੇ ਹੈ। ਇਹ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਦਰਿਆ ਆਪਦੇ ਸੋਮੇ ਵਿੱਚੋਂ ਨਿਕਲਦਾ ਹੈ, ਉੱਥੇ ਹੋਰ ਆਵਾਜ਼ ਹੁੰਦੀ ਹੈ। ਜਦੋਂ ਉਹੀ ਪਾਣੀ ਪੱਥਰਾਂ 'ਚ ਆ ਕੇ ਵੱਜਦਾ ਹੈ, ਉਸ ਦੀ ਕੋਈ ਹੋਰ ਆਵਾਜ਼ ਹੋ ਜਾਂਦੀ ਹੈ। ਜਦੋਂ ਸਾਫ਼ ਜ਼ਮੀਨ ਦੇ ਵਿੱਚ ਆ ਕੇ ਵਹਿੰਦਾ ਹੈ, ਉਸ ਦੀ ਹੋਰ ਆਵਾਜ਼ ਹੋ ਜਾਂਦੀ ਹੈ। ਜਦ ਅੱਗੇ ਜਾ ਕੇ ਸਮੁੰਦਰ 'ਚ ਉਹੀ ਪਾਣੀ ਡਿੱਗਦਾ ਹੈ, ਪਾਣੀ ਦੇ ਵਿੱਚ ਪਾਣੀ ਵੱਜਦਾ ਹੈ, ਉਹਦੀ ਹੋਰ ਆਵਾਜ਼ ਹੁੰਦੀ ਹੈ। ਪਾਣੀ ਇੱਕੋ ਹੀ ਹੈ। ਜੈਸੀ ਜੈਸੀ ਉਸ ਨੂੰ ਧਰਤੀ ਅੱਗੇ ਜ਼ਮੀਨ ਮਿਲਦੀ ਹੈ,
ਉਸੀ ਉਹਦੀ ਆਵਾਜ਼ ਬਦਲਦੀ ਜਾਂਦੀ ਹੈ। ਇਸੇ ਤਰ੍ਹਾਂ ਸ਼ਬਦ ਤਾਂ ਇੱਕੋ ਹੀ ਹੈ ਸੱਚਖੰਡ ਤੋਂ ਉੱਠਦਾ, ਲੇਕਿਨ 5 ਮੰਜ਼ਲਾਂ ਵੀ ਦੀ ਗੁਜ਼ਰਦਾ ਹੋਣ ਕਰਕੇ ਮਹਾਤਮਾ ਉਸ ਨੂੰ 5 ਸ਼ਬਦ ਕਰਕੇ ਬਿਆਨ ਕਰਦੇ ਹੈ। ਮੈਂ ਪਹਿਲੇ ਦਿਨ ਹੀ ਦੱਸਿਆ ਸੀਗਾ ਕਿ ਅੰਤਰੀ ਇੱਕ ਸਤਸੰਗ ਹੈ, ਇੱਕ ਬਾਹਰੀ ਹੈ। ਸਤਿਗੁਰੂ ਬਾਹਰੀ ਸਤਸੰਗ ਸਾਨੂੰ ਸੁਣਾ ਕੇ ਗਲਤੀਆਂ ਸਾਡੀਆਂ ਦੱਸ ਕੇ ਸਾਡੇ ਅੰਦਰ ਨਾਮ ਜਪਣ ਦਾ, ਅੰਦਰ ਜਾਣ ਦਾ ਸ਼ੌਕ ਪੈਦਾ ਕਰਦਾ ਹੈ। ਲੇਕਿਨ ਜਦੋਂ ਅਸੀਂ ਸਿਮਰਨ ਦੇ ਜ਼ਰੀਏ ਤੀਸਰੇ ਤਿਲ ਤੇ ਜਾ ਕੇ ਇਕਾਗਰ ਹੋਣਾ ਸ਼ੁਰੂ ਕਰਦੇ ਹਾਂ, ਫਿਰ ਉਹ ਅੰਤਰੀ ਸਤਸੰਗ ਵੀ ਦਿੰਦਾ ਹੈ। ਪਿਆਰਿਓ, ਅੰਦਰ ਬੜੇ ਕਾਲ ਨੇ ਲੁਭਾਣੇ ਕੁर्रे ਬਣਾਏ ਹੋਏ ਹੈ, ਰਿੱਧੀਆਂ ਸਿੱਧੀਆਂ ਹੈ ਜਿਹੜੀਆਂ ਜੀਵ ਨੂੰ ਲੁਭਾਉਂਦੀਆਂ ਹਨ। ਜੇ ਅੰਦਰ ਸਤਿਗੁਰੂ ਸਤਸੰਗ ਨਾ ਸਾਨੂੰ ਦੱਸੇ ਸੁਣਾਵੇ, ਅੰਦਰ ਜਾ ਕੇ ਗਲਤੀਆਂ ਜਿਹੜੀਆਂ ਅਸੀਂ ਕਰਦੇ ਹਾਂ ਉਹ ਨਾ ਦੱਸੇ, ਅਸੀਂ ਅੱਗੇ ਤਰੱਕੀ ਨਹੀਂ ਕਰ ਸਕਦੇ, ਉੱਥੇ ਰੁਕ ਜਾਵਾਂਗੇ। ਇਸੇ ਤਰ੍ਹਾਂ ਸਤਿਗੁਰੂ ਨਾਮ ਵੀ ਸਾਨੂੰ ਬਾਹਰੋਂ ਸਾਨੂੰ ਅੰਦਰ ਜਾਣ ਵਾਸਤੇ ਨਾਮ ਦਿੰਦੇ ਹੈ, ਦੱਸਦੇ ਹੈ। ਲੇਕਿਨ ਅੰਦਰ ਵੀ ਜਦੋਂ ਅਸੀਂ ਜਾਂਦੇ ਹਾਂ, ਅੰਦਰ ਫੇਰ ਉਸ ਨਾਮ ਦਾ ਭੇਦ ਦਿੰਦੇ ਹੈ, ਕਿਉਂਕਿ ਉਹ ਅੰਦਰ ਝਗੜਾ ਜਿਹੜਾ ਹੈ ਉਹ ਅੰਦਰ ਜਾ ਕੇ ਫਿਰ ਫੈਸਲਾ ਕਰਦੇ ਕਿਹੜੀ ਧੁਨ ਨੂੰ ਛੱਡਣਾ ਹੈ, ਕਿਹੜੀ ਨੂੰ ਪਕੜਨਾ ਹੈ। ਗੁਰੂ ਨਾਨਕ ਕਹਿੰਦੇ ਅੰਤਰ ਸ਼ਬਦ ਸੁਰਤ ਧੁਨ ਜਾਗਾ, ਜੋ ਸਾਡੀ ਆਤਮਾ ਜਾਗ ਪੈਂਦੀ ਹੈ ਉਸ ਧੁਨ ਨੂੰ ਪਕੜ ਲੈਂਦੀ ਹੈ। ਸਤਿਗੁਰੂ ਝਗੜ ਨਵੇੜਾ, ਉੱਥੇ ਸਤਿਗੁਰੂ ਦੱਸਦਾ ਹੈ ਕਿ ਬੇਟਾ ਕਿਹੜੇ ਸ਼ਬਦ ਨੂੰ ਪਕੜ ਕੇ ਤਾਂ ਉੱਪਰ ਜਾਣਾ ਹੈ। ਇੱਕ ਦਿਨ ਰਾਤ ਦਾ ਵਕਤ ਸੀਗਾ, ਮਹਾਰਾਜ ਕਿਰਪਾਲ ਬੈਠੇ ਸਨ, ਬੜੇ ਖੁਸ਼ ਸਨ, ਅੱਖਾਂ ਚਮਕ ਰਹੀਆਂ ਸੀਗੀਆਂ, ਅੰਦਰੋਂ ਪ੍ਰਕਾਸ਼ ਆ ਰਿਹਾ ਸੀ। ਸੱਚ ਤਾਂ ਇਹ ਹੈ ਕਿ ਰੋਮ ਰੋਮ ਦੇ ਵਿੱਚੋਂ ਪ੍ਰਕਾਸ਼ ਨਿਕਲ ਰਿਹਾ ਸੀ। ਉਹ ਕਮਰਾ ਜਿਸ ਦੇ ਅੰਦਰ ਬੈਠੇ ਸੀ ਉਹ ਵੀ ਪ੍ਰਕਾਸ਼ ਨਾਲ ਭਰਿਆ ਹੋਇਆ ਸੀਗਾ। ਮੈਂ ਬੜਾ ਹੀ ਭੋਲੇ ਭਾਲੇ ਮਨ ਦੇ ਨਾਲ ਉਹਨਾਂ ਤੇ ਸਵਾਲ ਕੀਤਾ ਕਿ ਤੂੰ ਮੈਨੂੰ ਆਪਦੀ ਪਤਨੀ ਕਿਸ ਤਰ੍ਹਾਂ ਬਣਾਇਆ ਹੈ। ਉਹ ਹੱਸ ਕੇ ਕਹਿਣ ਲੱਗੇ, ਤੈਨੂੰ ਪਤਾ ਨਹੀਂਗਾ, ਜਦੋਂ ਮੈਂ ਤੈਨੂੰ ਅੰਦਰ ਜੋੜਿਆ ਸੀਗਾ ਉਦੋਂ ਸ਼ਬਦ ਰੂਪ ਹੋ ਕੇ ਤੇਰੇ ਨਾਲ ਮੈਂ ਫੇਰੇ ਲੈ ਲਏ ਸੀਗੇ, ਤੂੰ ਮੇਰੀ ਪਤਨੀ ਬਣ ਗਿਆ ਹੈ। ਹੁਣ ਜਦੋਂ ਮੈਂ ਚਾਹਾਂ ਤੈਨੂੰ ਲਿਜਾ ਸਕਦਾ ਹੈ, ਹੁਣ ਦੂਸਰੇ ਦਾ ਹੱਕ ਨਹੀਂਗਾ। ਇਸ ਵਾਸਤੇ ਉਹ ਮਰਦ ਨਹੀਂ ਕਹਾ ਸਕਦਾ, ਮਹਾਰਾਜ ਕਹਿੰਦੇ, ਜਿਹਦੀ ਪਤਨੀ ਨੂੰ ਕੋਈ ਹੋਰ ਲੈ ਜਾਵੇ ਜਾਂ ਕੋਈ ਉਂਗਲੀ ਕਰ ਜਾਵੇ, ਹੁਣ ਤੂੰ ਮੇਰੀ ਪਤਨੀ ਹੈ, ਮੈਂ ਤੇਰੀ ਰੱਖਿਆ ਕਰਨੀ ਹੈ। ਇਸ ਵਾਸਤੇ ਪਿਆਰਿਓ ਸੱਜਣੋ, ਗੁਰੂ ਦਾ ਕੰਮ ਗੁਰੂ ਜਾਣਦਾ ਹੈ ਕਿ ਉਹ ਕੀ ਜੀਵ ਨਾਲ ਕਰਦਾ ਹੈ, ਲੇਕਿਨ ਜਿਹੜੇ ਅੰਦਰ ਜਾਂਦੇ ਹੈ ਉਹਨਾਂ ਨੂੰ ਪਤਾ ਹੈ ਕਿ ਗੁਰੂ ਕਿਸ ਤਰ੍ਹਾਂ ਸਾਡੀ ਆਤਮਾ ਨੂੰ ਅੰਦਰ ਲਿਜਾਂਦਾ ਹੈ, ਅੰਦਰ ਜਾ ਕੇ ਫੇਰ ਕਿਸ ਤਰ੍ਹਾਂ ਨਾਮ ਨਾਲ ਜੋੜਦਾ ਹੈ, ਕਿਸ ਤਰ੍ਹਾਂ ਕਾਲ ਦੀਆਂ ਸ਼ਕਤੀਆਂ ਤੋਂ ਉਹ ਸਾਨੂੰ ਬਚਾ ਕੇ ਲਿਜਾਂਦਾ ਹੈ। 5 ਸ਼ਬਦ ਘਟ ਮੇ ਬਜੇ, ਯਹ ਨਿਰਨੇ ਕਰ ਲੈ ਸ਼ਬਦ ਕੀ। ਗੁਰ ਗਿਆਨ ਬਤਾਇਆ ਸ਼ਬਦ ਕਾ, ਤੂੰ ਹੋ ਜਾ ਗਿਆਨੀ ਸ਼ਬਦ ਕੀ। ਗੁਰੂ ਸਾਨੂੰ ਬਾਹਰ ਦਾ ਰੀਤੀ ਰਿਵਾਜ ਜਿਤਨਾ ਵੀ ਕਰਮ ਕਾਂਡ ਹੈ ਉਹਦੇ ਵਿੱਚ ਨਹੀਂ ਲਾਉਂਦਾਗਾ, ਉਹ ਸਾਨੂੰ ਸ਼ਬਦ ਦੇ ਨਾਲ ਜੋੜਦਾ ਹੈ, ਨਾਮ ਦੇ ਨਾਲ ਜੋੜਦਾ ਹੈ, ਸ਼ਬਦ ਦਾ ਹੀ ਉਹ ਗਿਆਨ ਕਰਾਉਂਦਾ ਹੈ। ਗੁਰ ਗਿਆਨ ਬਤਾਇਆ ਸ਼ਬਦ ਕਾ, ਤੂੰ ਹੋ ਜਾ ਧਿਆਨੀ ਸ਼ਬਦ ਕੀ। ਮੈਂ ਸ਼ਬਦ ਸ਼ਬਦ ਬਹੁਤ ਕਹਾ, ਕੋਈ ਨਾ ਮਾਨੇ ਸ਼ਬਦ ਕੀ। ਸੰਸਾਰ ਦੇ ਵਿੱਚ ਕੋਈ ਵੀ ਸੰਤ ਆਇਆ, ਕਿਸੇ ਜ਼ਮਾਨੇ ਵਿੱਚ ਆਇਆ, ਕਿਸੇ ਸਮਾਜ ਵਿੱਚ ਆਇਆ, ਹਰ ਇੱਕ ਸੰਤ ਨੇ ਉਥੋਂ ਦੀ ਭਾਸ਼ਾ ਦੇ ਮੁਤਾਬਕ ਉਹ ਸ਼ਬਦ ਨਾਮ ਦਾ ਹੋਕਾ ਦਿੱਤਾ ਹੈ। ਪਰ ਕੌਣ ਸੰਤਾਂ ਦਾ ਹੋਕਾ ਸੁਣਦਾ ਹੈ? ਨਗਾਰਖਾਨੇ ਦੇ ਵਿੱਚ ਤੂਤੀ ਦੀ ਕੌਣ ਆਵਾਜ਼ ਸੁਣਦਾ ਹੈ? ਮੈਂ ਸ਼ਬਦ ਸ਼ਬਦ ਬਹੁਤ ਕਹਾ, ਕੋਈ ਨਾ ਮਾਨੇ ਸ਼ਬਦ ਕੀ। ਜਨਮ ਅਕਾਰਥ ਹੋ ਦਿਆ, ਜੋ ਚੜੇ ਨ ਕਾਟੀ ਸ਼ਬਦ ਕੀ। ਥੋੜਾ ਪਿਆਰ ਨਾਲ ਕਹਿੰਦੇ ਹੈ,
ਉਹਨਾਂ ਨੂੰ ਜੋ ਅਮੋਲਕ ਹੀਰਾ ਮਿਲਿਆ ਸੀ, ਮੌਕਾ ਮਿਲਿਆ ਸੀ ਪਰਮਾਤਮਾ ਦੀ ਤਰਫੋਂ ਇਨਸਾਨੀ ਜਾਮੇ ਦਾ, ਉਹ ਉਹਨਾਂ ਨੇ ਹੱਥੋਂ ਗਵਾ ਦਿੱਤਾ ਹੈ। ਜਿਨ੍ਹਾਂ ਨੇ ਸ਼ਬਦ ਨਾਮ ਦੀ ਕਮਾਈ ਨਹੀਂ ਕੀਤੀ, ਸ਼ਬਦ ਪ੍ਰਾਪਤ ਨਹੀਂ ਕੀਤਾ। ਜਨਮ ਅਕਾਰਥ ਖੋ ਦਿਆ, ਜੋ ਚੜੇ ਨ ਕਾਟੀ ਸ਼ਬਦ ਕੀ। ਰਾਧਾ ਸੁਆਮੀ ਕਹਿ ਚੁੱਪ ਹੁਏ, ਬਿਨ ਪਾਗ ਨ ਤਾਰਾ ਸ਼ਬਦ ਕੀ। ਆਖਰ ਸੁਆਮੀ ਜੀ ਮਹਾਰਾਜ ਬੜੇ ਪਿਆਰ ਨਾਲ ਕਹਿੰਦੇ ਹੈ ਕਿ ਗੁਰੂ ਕਿਹਨਾਂ ਨੂੰ ਮਿਲਦਾ ਹੈ, ਕੌਣ ਗੁਰੂ ਦੇ ਕੋਲੇ ਆਉਂਦੇ ਹੈ। ਜਿਨ੍ਹਾਂ ਨੂੰ ਉਹ ਆਦਿ ਕਰਤਾ ਪਰਮਾਤਮਾ ਤੁਰੋਂ ਬਖਸ਼ ਦਿੰਦਾ ਹੈ, ਜਿਨ੍ਹਾਂ ਦੇ ਅਕਸ਼ਰ ਉਹ ਮੱਥੇ ਦੇ ਵਿੱਚ ਪਾ ਦਿੰਦਾ ਹੈ ਕਿ ਵੀ ਇਹਨੂੰ ਗੁਰੂ ਮਿਲੇਗਾ, ਨਾਮ ਮਿਲੇਗਾ, ਇਹਨੂੰ ਗੁਰੂ ਤੇ ਭਰੋਸਾ ਆਏਗਾ, ਇਹ ਕਮਾਈ ਕਰੇਗਾ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਹੈ, ਜਿਨ੍ਹਾਂ ਮਸਤਕ ਤੁਰੋਂ ਹਰ ਲਿਖਿਆ, ਤੈਨ ਸਤਿਗੁਰ ਮਿਲਿਆ। ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਘਟ ਬਲਿਆ। ਹਰ ਲੱਦਾ ਰਤਨ ਪਦਾਰਥੋਂ ਫਿਰ ਬਹੁੜ ਨ ਚੱਲਿਆ। ਨਾਨਕ ਨਾਮ ਅਰਾਧਿਆ, ਅਰਾਧ ਹਰ ਮਿਲਿਆ। ਸੋ ਜਗ੍ਹਾ ਜਗ੍ਹਾ ਹੀ ਸੰਤਾਂ ਦਾ ਲਿਖਿਆ ਹੈ ਕਿ ਉਹ ਪਰਮਾਤਮਾ ਆਦਿ ਕਰਤਾ ਜਦ ਸਾਨੂੰ ਸੱਚਖੰਡ ਦੇ ਵਿੱਚੋਂ ਬਖਸ਼ ਦਿੰਦਾ ਹੈ, ਫੇਰ ਹੀ ਅਸੀਂ ਸੰਤਾਂ ਦੇ ਕੋਲੋਂ ਜਾ ਕੇ ਨਾਮਦਾਨ ਪ੍ਰਾਪਤ ਕਰਦੇ ਹਾਂ। ਨਹੀਂ ਤਾਂ ਅਸੀਂ ਸੋਚਦੇ ਹੀ ਰਹਿ ਜਾਂਦੇ ਹਾਂ, ਦਲੀਲਾਂ ਕਰਦੇ ਹੀ ਰਹਿ ਜਾਂਦੇ ਹਾਂ। ਸੰਤ ਬਜੀਦੇ ਨੇ ਕਿਹਾ ਸੀਗਾ ਇੱਕ ਮਿਸਾਲ ਦੇ ਕੇ ਕਿ ਸ਼ਾਹ ਸਿਕੰਦਰ ਦੇ ਪਾਸ ਕਿਸੇ ਨੇ ਅੰਮ੍ਰਿਤ ਦੀ ਤਾਰੀਫ ਕੀਤੀ ਕਿ ਜੇ ਕਿਤੇ ਅੰਮ੍ਰਿਤ ਮਿਲ ਜਾਵੇ ਤਾਂ ਸਦਾ ਅਮਰ ਹੋ ਜਾਂਦਾ ਹੈ ਬੰਦਾ। ਉਸਨੇ ਕਿਹਾ ਕਿ ਮੈਂ ਬੜਾ ਸੂਰਮਾ ਹੈ, ਵਿਜੇਤਾ ਹੈ, ਜੇ ਅੰਮ੍ਰਿਤ ਮਿਲ ਜਾਵੇ ਤਾਂ ਮੈਂ ਸਦਾ ਹੀ ਅਮਰ ਹੋ ਜਾਵਾਂ। ਉਸਨੇ ਦਿਨ ਰਾਤ ਅੰਮ੍ਰਿਤ ਦੀ ਖੋਜ ਕੀਤੀ। ਮਹਾਰਾਜ ਕਿਰਪਾਲ ਵੀ ਕਹਿੰਦੇ ਹੁੰਦੇ ਸੀ, ਜਿੱਥੇ ਚਾਹ ਉੱਥੇ ਰਾਹ। ਜਿਹਨੂੰ ਅਸੀਂ ਚਾਹ ਬਣਾਉਂਦੇ ਹਾਂ, ਖੋਜਦੇ ਹਾਂ, ਉਹ ਜ਼ਰੂਰ ਮਿਲ ਜਾਂਦਾ ਹੈ। ਭੁੱਖੇ ਨੂੰ ਰੋਟੀ, ਪਿਆਸੇ ਨੂੰ ਪਾਣੀ, ਕੁਦਰਤ ਦਾ ਅਸੂਲ ਹੈ, ਜ਼ਰੂਰ ਮਿਲ ਜਾਂਦਾ ਹੈ। ਸ਼ਾਹ ਸਿਕੰਦਰ ਨੂੰ ਕਹਿੰਦੇ ਅੰਮ੍ਰਿਤ ਮਿਲ ਗਿਆ। ਜਦ ਪਿਆਲਾ ਹੱਥ ਦੇ ਵਿੱਚੋਂ ਫੜ ਕੇ ਪੀਣ ਹੀ ਲੱਗਿਆ ਸੀਗਾ, ਕਾਲ ਨੇ ਇੱਕ ਐਸਾ ਰੂਪ ਧਾਰਨ ਕੀਤਾ, ਕਹਿਣ ਲੱਗਿਆ ਵੀ ਦੇਖ ਬੰਦੇ ਰੱਬ ਦੇ, ਮੇਰੇ ਕੋਲੇ ਵੀ ਇਸ ਦੀ ਕਿਸੇ ਨੇ ਤਾਰੀਫ ਕਰੀ ਸੀਗੀ ਜੈਸੀ ਤੇਰੇ ਕੋਲੇ ਕਰੀ ਹੈ, ਪਰ ਹੁਣ ਤੂੰ ਦੇਖ, ਨਾ ਮੈਂ ਜਿਉਂਦਾ ਨਾ ਮੈਂ ਮਰਿਆ ਹੈ, ਮੇਰੇ ਸਰੀਰ ਦੇ ਵਿੱਚੋਂ ਗੰਧ ਨਿਕਲ ਰਿਹਾ ਹੈ। ਦੇਖੀ ਉਹਦੇ ਹੱਥ ਵਿੱਚ ਪਿਆਲਾ ਸੀਗਾ, ਉੱਥੋਂ ਹੀ ਉਹਨੇ ਛੱਡ ਦਿੱਤਾ। ਤੋ ਸੰਤ ਬਜੀਦਾ ਲਿਖਦਾ ਹੈ, ਸ਼ਾਹ ਸਿਕੰਦਰ ਢੂੰਡੇ ਆਬ ਹਜਾਤ ਨੂੰ, ਵਿੱਚ ਪਹਾੜਾਂ ਫਿਰਦਾ ਦਿਨ ਤੇ ਰਾਤ ਨੂੰ। ਫੇਰ ਨਾ ਪੀਤਾ ਪਿਆਲਾ ਆਪਣੇ ਦਸਤ ਪਰ, ਵਜੀਦਾ ਕੌਣ ਕਹੇ ਸਾਹਿਬ ਨੂੰ ਇੰਜ ਨਹੀਂ ਇੰਜ ਕਰ। ਉੱਥੇ ਕੌਣ ਉਹਨੂੰ ਕਹੇ, ਕਿਉਂਕਿ ਅਸੀਂ ਖੁਦ ਮੁਖਤਿਆਰਾਂ, ਕੌਣ ਮੰਨਦਾ ਹੈ। ਇਸ ਵਾਸਤੇ ਜੋ ਸਾਨੂੰ ਪਤਾ ਹੈ ਕਿ ਸਾਡੀ ਕਰਨੀ ਤੇ ਫੈਸਲਾ ਹੋਣਾ ਹੈ। ਨਾਮ ਤੋਂ ਬਗੈਰ ਮੁਕਤੀ ਨਹੀਂ। ਕਿਸੇ ਗ੍ਰੰਥ ਨੂੰ ਪੜ੍ਹ ਕੇ ਦੇਖ ਲਓ, ਗੁਰੂ ਬਗੈਰ ਨਾਮ ਨਹੀਂ ਮਿਲਦਾਗਾ। ਜੇ ਅਗਰ ਸਾਡੇ ਆਪਣੇ ਵਸ ਵਿੱਚ ਹੁੰਦਾ ਤੋ ਪਿਆਰਿਓ ਅਸੀਂ ਭਟਕਦੇ ਕਿਉਂ ਫਿਰਦੇ। ਸੋ ਇਸ ਵਾਸਤੇ ਜਿਨ੍ਹਾਂ ਤੇ ਪਰਮਾਤਮਾ ਆਦਿ ਕਰਤਾ ਦਇਆ ਕਰਦਾ ਹੈ, ਉਹੀ ਇਹ ਅਮੋਲਕ ਵਸਤੂ ਨੂੰ ਪ੍ਰਾਪਤ ਕਰ ਸਕਦੇ ਆ, ਆਪਦੇ ਜੀਵਨ ਨੂੰ ਸਫਲ ਬਣਾ ਸਕਦੇ ਹੈ। ਆਪਣੇ ਗੁਰੂ ਦੇਵ ਪਰਮਾਤਮਾ ਸਾਵਨ ਰੂਪ ਕਿਰਪਾਲ ਦੇ ਅੱਗੇ ਨਮਸਕਾਰ ਕਰਦੇ ਹਾਂ, ਜਿਨ੍ਹਾਂ ਨੇ ਆਪਦੀ ਯਾਦ ਵਿੱਚ बैठने का मौका दिता है। प्यारे सांझी, कृपा करके क्या आप हमें बता सकते हैं कि जब हम लगातार सिमरन, अभ्यास और प्यार भरे संबंध को कायम रखने में परेशानियां होती हैं और हमारा उत्साह भंग हो जाता है, तो उस समय हमें क्या करना चाहिए?
हाँ भाई, वैसे तो नामदान ਦੇ ਵਕਤ ਵੀ ਸਭ ਪ੍ਰੇਮੀਆਂ ਨੂੰ ਇਹ ਸਵਾਲ ਦੇ ਮੁਤਾਲਕ ਦੱਸਿਆ ਜਾਂਦਾ ਹੈ, ਲੇਕਿਨ ਮੈਂ ਫਿਰ ਵੀ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਕਿ ਸਾਡਾ ਦੁਨੀਆ ਦੇ ਅੰਦਰ ਨਾ ਕੋਈ ਕੌਮ ਦੁਸ਼ਮਣ ਹੁੰਦੀ ਹੈ, ਨਾ ਕੋਈ ਮਜ਼ਹਬ, ਨਾ ਕੋਈ ਮੁਲਕ, ਨਾ ਕਿਸੇ ਜਾਤੀ। ਆਦਮੀ ਕੋਈ ਦੁਸ਼ਮਣ ਹੈ। ਸਾਡਾ ਦੁਸ਼ਮਣ ਸਾਨੂੰ ਗੁੰਮਰਾਹ ਕਰਨ ਵਾਲਾ ਅੰਦਰੋਂ ਹੀ ਸਾਡਾ ਮਨ ਹੈ। ਸਭ ਸੰਤ ਸਾਨੂੰ ਇਹੀ ਦੱਸਦੇ ਹੈ ਕਿ ਜਦ ਸੱਚਖੰਡ ਵਿੱਚ ਕਿਸੇ ਵੀ ਆਤਮਾ ਦਾ ਫੈਸਲਾ ਹੁੰਦਾ ਹੈ ਕਿ ਇਹਨੂੰ ਹੁਣ ਸੰਸਾਰ ਵਿੱਚ ਦੁਬਾਰੇ ਨਹੀਂ ਭੇਜਣਾ, ਉਸ ਨੂੰ ਸਤਸੰਗ ਵਿੱਚ ਲਿਆਂਦਾ ਜਾਂਦਾ ਹੈ। ਨਾਮ ਦਾ ਉਤਸ਼ਾਹ ਪੈਦਾ ਕੀਤਾ ਜਾਂਦਾ ਹੈ, ਸੰਤ ਨਾਮ ਨਾਲ ਜੋੜ ਦਿੰਦੇ ਹੈ। ਲੇਕਿਨ ਉਸ ਵਕਤ ਜਿਸ ਅਸੀਂ ਕਰਮ ਭੂਮੀ ਦੁਨੀਆ ਵਿੱਚ ਆਏ हैं, जिसने कि ਤੁਸੀਂ अनुराग सागर पढ़ते हो, कई युग भगती करके ਇਹ ਸੰਸਾਰ ਦੀ ਰਚਨਾ ਦਾ ਮਸਾਲਾ ਮੰਗਿਆ, ਉਸ ਨੂੰ ਵੀ ਦਰਦ ਹੁੰਦਾ ਹੈ ਕਿ ਮੇਰਾ ਇਹ ਜੀਵ ਜੋ ਮੈਂ ਬੜੀ ਮਿਹਨਤ ਨਾਲ ਪ੍ਰਾਪਤ ਕੀਤਾ ਸੀ, ਅਬ ਆਪਦੇ ਘਰ ਇਹ ਸੱਚਖੰਡ ਨੂੰ ਚਲਿਆ ਨਾ ਜਾਵੇ। ਉਹ ਹਰ ਇੱਕ ਕਿਸਮ ਦੀ ਪਰੇਸ਼ਾਨੀ ਸਾਡੇ ਵਾਸਤੇ ਖੜੀ ਕਰਦਾ ਹੈ। ਮੈਂ ਆਪ ਨੂੰ ਇੱਕ ਸੰਸਾਰੀ उदाहरण दे के समझाना है, मेरा ख्याल आप नू आसान हो जाएगा। चाहे आप किसी भी मुल्क अंदर वस रहे हैं, जब तक असी उहदे कायदे कानून के मुताबिक अपनी जिंदगी बसर करते हैं, उथों की हुकूमत का आदर करते हैं, उहदे खिलाफ कोई बात नहीं करते गे, साडा सब कुछ ठीक चलता है, किसी प्रकार की कोई परेशानी नहीं हुंदी गी। जद कोई भी उथों का बसिंदा आज़ाद होना चाहता है, आपां रोज़ ही मुल्कां दे मुतलक सुनते रहने हैं, उस वास्ते उथों की गौरमेंट हर किस्म की परेशानी करती है, पैदा करती है। इस तरह सत्संगी जो है ये तरलोकी का मालिक काल है। संत इस तन मन के पिंजरे दे विचों आज़ाद करना चाहते हैं, तो काल का जो एजेंट है वो मन है। तो मन इस दे अंदर बैठा है, कोई मिनट सकेंट खाली नहीं जान दिंदा। इस दे अंदर वो सदा खुशकी भरन दी, परेशानी करन दी कोशिश करता है। महाराज कृपाल ने सानू डायरी रखण नूं कहा कि तुसी मिनट सकेंट आपदी जिंदगी दा कीमती समझ के उस दा लेखा जोखा करो। उस दा मतलब भी यही सीगा। कई दफा मन भजन बैठिया तो भी विद्रोह कर दिंदा है, अखां खोल दिंदा है कि हुण मैं बैठना नहीं गा। तो महाराज सावण सिंह कहते हुंदे सीगे कि तोप दे अगे खड़ना तो मन आसान समझेगा, भजन ते बैठना मुश्किल समझदा है। मैं अपनी जिंदगी का वाकया दसदा हुंदा है कि दूसरी वर्ल्ड वार दे अंदर काफ़ी लोगों की बर्बादी हुई, काफ़ी इंसानों की बलि चढ़ाई गई। लोगों ने हिंदुस्तान के अंदर 30-30 साल की कैद मंजूर कर लेंदे सी, लेकिन आर्मी च जाना पसंद नहीं करते सीगे। मैं निरा आर्मी च भी नहीं गया सीगा, बल्कि आर्मी च जाके भी मैं उत्थे, हालांकि मेरी टर्न नहीं सी जान दी, तो मैं अपना नाम अगे लड़ाई विच जाण वास्ते दे दिता। जब हजूर ने कृपा की, उन्होंने जमीन दे अंदर मकान बना के क्या भी इस दे अंदर बैठ, मैं तेन खुद ही मिलूंगा। उस वक्त का मैं वाकया दसदा हुंदा कि मन ने अगों शेर का रूप धारिया कि इहदे अंदर दाखिल नहीं होण देऊंगा, लेकिन जे तुहाडा गुरु ते भरोसा है, गुरु का बल तुसीं समझदे भी साडी पिठ ते है, तुहानूं कोई जित नहीं सकदागा, उही आसान हो जाता है। मैं अपने गुरुदेव दे अगे उस वक्त प्रार्थना की कि काल बड़ा जबरदस्त है, पिछे पिया होया है, तैं मेरी लाज रखनी है। शब्द रूप गुरु प्यारिओ तुहाडे पास ही हुंदा है, तुहाडे अंदर ही हुंदा है, सिर्फ पुकारन की जरूरत हुंदी है, वो जरूर मुनासिब साडी मदद करता है। दूसरी घटना मैं कुछ दिनों बाद जो घटी, वो एक सप दी दसदा हुंदा है। हालांकि साडे इलाके च इतने भारे सर्प नहीं हुंदे गे। वो एक ऐसा ही मेरे पास आया कि धरती भी हिलदी हुंदी सी,
ਵੀ ਕੀ ਆ ਰਿਹਾ ਹੈ। ਮੈਂ ਅਭਿਆਸ ਅੰਦਰ ਬੈਠਾ ਸੀ, ਮੈਂ ਖਾਮੋਸ਼ ਹੋ ਕੇ ਗੁਰੂ ਦੀ ਯਾਦ ਨਹੀਂ ਛੱਡੀ, ਉਸ ਯਾਦ ਵਿੱਚ ਬੈਠਾ ਰਿਹਾ। ਇਤਨੇ ਨੂੰ ਕੁਛ ਆਦਮੀ ਬਾਹਰੋਂ ਆਏ तो खड़ाक सुन के सब अंदरों इस तरह के फकारे मारे कि जिस तरह कोई बहुत बड़ा शक्तिशाली सांड मारदा हुंदा है, सांड फकारे मारदा हुंदा है मस्ती विच। उन्होंने मैनू आवाज़ां दित्तियां कि सप तुहाडे अंदर है। मैं अंदरों बोलिया कि सप तां इत्थे है नहीं गा। वो कहने लगे नहीं है, कई प्रेमियों को दर्शन करने का उत्थे मौका मिलिया है, कितनी को जगह है। जद मैं उठ्या तो सर्प फकारे मारदा सी, अगर मैं उहदे मूँह विच कोई काना देवां वो कुछ भी ना कहे, फड़ जरूर लवे। लेकिन जद उन्हें बंदे देखे मारन वाले भी ये हुण मैनू मारनगे, उन्हां उपरों ने हमला किया। मैं फिर भी प्रार्थना की कि सच्चे पातशाह ये सब तेरा ही खेल है। महाराज कृपाल कहंदे हुंदे सीगे कि जब थोड़े दिल अंदर अच्छी भावना है जहरीले जानवर वास्ते, वो थोड़े ते वार नहीं करेगा। इसे वास्ते संतां दे दिल अंदर हर जानवर वास्ते प्यार हुंदा है। उन्हां दे पास ही आके बैठ जाते हैं, लेकिन उन्हां नूं कहंदे कुछ नहीं गे। ਇਹ ਸਵਾਲ ਦੇ ਨਾਲ ਇਹਨਾਂ ਘਟਨਾ ਦਾ ਗਹਿਰਾ ਤਾਲੁਕ ਹੈ। ਸੋ ਪਿਆਰਿਓ, ਤੁਸੀਂ ਵੀ ਪਿਆਰ ਨਾਲ ਮਨ ਨੂੰ ਇਹਦਾ ਘਾਟਾ ਸਮਝਾਓ ਕਿ ਦੇਖ ਬਈ, ਜੋ ਕੁਝ ਤੂੰ ਸੋਚ ਰਿਹਾ ਹੈ ਜਾਂ ਖਿਆਲ ਉਠਾ ਰਿਹਾ ਹੈ ਕਿ ਭਜਨ ਤੋਂ ਉੱਠ ਖੜ, ਜਾਂ ਤੈਨੂੰ ਤਾਂ ਇਤਨੀਆਂ ਪਰੇਸ਼ਾਨੀਆਂ ਹੈ, ਤੂੰ ਕਿਸ ਤਰ੍ਹਾਂ ਭਜਨ ਕਰ ਸਕਦਾ ਹੈ, ਤਾਂ ਉਸ ਵਕਤ ਤੁਸੀਂ ਪਿਆਰ ਨਾਲ ਇਹਨੂੰ ਸਿਮਰਨ ਦੇ ਵਿੱਚ ਲਾਓ। ਅਗਰ ਫਿਰ ਵੀ ਤੁਸੀਂ मन नूं शांत नहीं कर सकते तो अपने गुरुदेव के अगे, जो कि शब्द रूप थोड़े पास ही है, तुसी प्रार्थना करो। लेकिन भजन ना छड्डो, वो जरूर थोड़ी मदद करेगा। महाभारत के अंदर कहानी आउंदी है, कृष्ण अर्जुन नूं कहंदा है, देख भी ये जितने भी तेरे दुश्मन खड़े है, इन्हां सब नूं मारूंगा तो मैं, पर यह सारा संघर्ष तेरे हथों कराऊंगा, फतेह तेरी कराऊंगा। सो तू सूरमा बन, एक बहाना तो बन अगे। इसे तरह सतगुरु भी साडी पिठ ते है, वो लड़ाई तो मन दे नाल साथों ही कराएगा, लेकिन सानू बहाना तो मजबूत होकर बनना चाहिए है। सानू भी उन्हें शब्द धुन दे नाल लैस कीता होया है। फतेह सेवक दी हुंदी है, लेकिन कराउंदा गुरु है। गुरु तो बगैर ये कामयाब नहीं हो सकता। जे मन आपदी आदत नहीं छड्डदागा, साडे उत्ते ख्यालां दा हमला करदा है, तो प्यारे असीं आपदी आदत तो बाज क्यों आईए? असीं भी सिमरन दा मूहरों तेज गति ना करना शुरू कर दईए। गुरु दा बल मन दे अंदर पैदा करिए, फरियाद करिए। मन ने किदे किदे नाल धोखा नहीं कीता। इतिहास पढ़ के देखते हैं, भागवत पुराण नूं पढ़ के देखते हैं, कहानियां बड़ियां मिलदियां हैं कि किस तरह रखियां मुनियां नूं उसने गिरा लिया है। बड़ी चीज सत्संगी नूं परमात्मा कृपाल दा वाक याद रखना चाहिए है, जो कि मैनू उन्होंने जब मैं अपनियां सारियां कमजोरियां उन्हां दे अगे रखियां, वो कहण लगे कि देख बई, जद बुरा बरियाई तो नहीं हटदा, भला भलाई तो क्यों हटे? जे मन आपदी आदत तो बाज नहीं आउंदागा, जो काम सानू साडे सतगुरां ने दिता है, सानू भी उस तो पिछे नहीं हटना चाहिए। सानू भी मन की तरह हठीले होके लगना चाहिए। कदे बरीकी ना सोच के देखो, जब थोड़ा मन उस नुकते ते थानू खंजा दिंदा है, अभ्यास तो उठा दिंदा है या विद्रोह कर दिंदा है, कुछ टाइम बाद ये थानू ये भी दस दिंदा है कि तुसी गलती कीती। फिर तुहानू होश आउंदी है, फिर भजन दे विच बैठदे हो। तो मन सत्संगी नूं हमेशा एक खिलौने की तरह खिला रहा है, लेकिन सत्संगी नूं मन की बात नहीं सुननी चाहिए। जदों ऐसे ख्याल पैदा करता है, खुशकी अंदर लियाउंदा है, उदों मजबूत होके तुसी सिमरन करो, लगातार सिमरन करो। जिथे अगे घंटा अभ्यास विच लाउने हो, उदों तुसी 2 घंटे 3 घंटे अभ्यास के अंदर लाओ। हुण की है कि मदद करने वाला तो गुरु साडे वास्ते हमेशा तैयार हुंदा है, क्यों उन्हें बाहरों नहीं आउणा, वो भी अंदर ही बैठा है। लेकिन जब
मन की आवाज़ सुनता है, उस वक्त इस सत्संगी भजन छड़ दिंदा है, अनेक परेशानियां मूहरे पैदा कर लेंदा है। अगर कोई ना भी होवे फिर भी कहेगा कि तेनू इतनियां परेशानियां, तू क्यों भजन ते बैठदा है। कई दफा सत्संगी मजबूत होकर बैठण की कोशिश करता है, सिमरन चलाउंदा है, मन फिर वार करता है, नींद लिया दिंदा है। 2-3 घंटे पता ही नहीं लगता गा कि मैं भजन च बैठा सा या मैं सोया होया है। जे यह नींद तो भी सावधान रहेगा तो मन होर प्यार का हथियार चलाउंदा है कि देख बई तेनू काफ़ी साल हो गए भजन अभ्यास करदे नूं, नाम ले नूं, तू हाल तक अंदर सचखंड पहुंचया ही नहीं गा। ऐसे भुलेखे पा के अंदरों परेशानी पैदा करके भजन चो उठा देवेगा। कहण दा भाव मन अपने ते इल्जाम नहीं लैंदा गा। ये नहीं कहंदा कि तू 10 साल तेनू नाम ले नूं हो गए, 10 साल विच किन्ना क भजन कीता, किन्ना क विषय बकारा तो मन मोड़िया, तू किन्नी की शरधा गुरु ते लिआया है। तो स्वामी जी महाराज ने कहा, आलस नूं भी छड्डो, निंदरा नूं भी छड्डो, ਜਿਹੜੀ मन काली पैदा करता है उस तो भी खड़ा छडाओ। सत्संगी नूं सदा ही मजबूत होकर 3 चीज़ां सत्संगी कोले होण, सिमरन जवान ते होवे, दोनों अखां दे दरम्यान ध्यान सतगुरु दे स्वरूप दा आकागर होवे, भावें वो तुरया फिरदा है, भावें वो बैठा है, भावें वो कारोबार करदा है, और जिहड़ा दिल है कोई या तां सत्संग दी तरफ लग्या होवे या गुरु की तरफ जवान ते सिमरन होवे। राजस्थान ग्रुपां विच प्रेमी आउंदे सन। कदे कदे इन्हां ग्रुपां विच भी पिछले साल बॉम्बे दे अंदर भी एक अमरीकन प्रेमी ने आपदा तजर्बा दसिया, और आम तौर ते राजस्थान भी प्रेमी लोग दर्शनां दे टाइम अपने तजर्बे दस दिंदे है। मेरा दिल बड़ा सुन के खुश हुंदा है जो पिछले साल बॉम्बे अंदर एक प्रेमी ने आपदा तजर्बा दसिया कि किस तरह वो अंदर गया, की अंदर देखिया, किन्नी उहदी उचाई सीगी। उन्हें तो खुश होना सी, लेकिन मेरा भी दिल खुश होया कि मेरा प्यारा बच्चा मन इंद्रियां तो आजाद होके ये अंदर गया है। तो परमात्मा कृपाल कहंदे हुंदे सी, सच्चाई दा कदे बी नास नहीं हुंदा गा। सो प्यारिओ, जैसी किसी की भावना हुंदी है वैसा वैसा उसनूं जरूर मिलता है। स्वामी जी महाराज ने कहा, तुमरी चिंता मैं मन तारी, तुम अचिंत हो तरो ध्यान। वो आप कहण लगे, चिंता गुरु नूं हुंदी है सेवक दी, सेवक नूं तां अभ्यास दा ही फिक्र हुंदा है। सो अगर असीं इस गल नूं पकड़ लईए कि साडी चिंता करन वाला हुण सानूं मिल गया है, तो असी उस वक्त जो मन हमला करता है कदे अभ्यास नहीं छड्डदे गए, कदे अशरदक नहीं हुंदे गए, बल्कि ऐसे टाइम जो आउंदे है सत्संगी नूं मजबूत होकर अपना भजन अभ्यास करना चाहिए है। मैं सदा ही सादे लफ्ज़ां दे विच तुहानूं दसदा हुंदा है कि मेरे दिल अंदर जो भी ग्रुपां विच आउंदे है प्रेमी, सब दी कदर है, सारे मेरे दिल उत्ते लिखे हुए है। जो आप इतनी दूर किराया खर्च करके आउंदे हो, मेरे दिल विच उस दा भी दर्द है, कदर है। मैं नहीं चाहुंदा गा कि तुसी इत्थों कुछ लैके ना जाओ, लेकिन इस सेवक ते निर्भर है कि वो कितना का अपना भांडा बनाया है, कितनी को उहदे अंदर ग्रहण शक्ति है। मैनू गुरु मिलिया, जो कुछ मैनू मेरे गुरु ने कहा, किरपा कीती, आग्या उन्हां ने दिती, मैं वो बड़े प्यार नाल शरधा नाल कर लिया, और ये उन्हां दी दया सी जो मैं कर सकिया। ये तो मन इस सवाल का जो जवाब सीगा मैं दे चुकिया है। बाहरी तौर पर भी मन जिहड़ा है वो सानू भरमाउंदा रहिंदा है। अगर असी अभ्यास करन बैठ जाने हैं, साडे कुछ प्रेमियां नू पता लग जावे कि ये हुण अभ्यास करदा है, दिन रात करदा है, तरक्की कर रहा है, सो प्यारिओ अगर तुहाडे ते दया हुंदी है, तुसी किसी नू दस्सण दी भी कोशिश ना करो भी मैं अंदर सूरज देखदा, चंद्रमा देखदा या मेरे अंदर गुरु प्रगट हो गया है। अगर दसोगे वो ईर्ष्या करदा है, उहदे नाल भी सेवक दा नुकसान है। अगर
ਕੋਈ ਸਾਡੀ ਵਡਿਆਈ ਕਰਦਾ ਹੈ, ਸਾਨੂੰ ਕੁੱਪੇ ਦੀ ਤਰ੍ਹਾਂ ਨਹੀਂ ਫੁੱਲਣਾ ਚਾਹੀਦਾਗਾ। ਉਦੋਂ ਵੀ ਹੁਸ਼ਿਆਰ ਰਹਿਣਾ ਚਾਹੀਦਾ ਹੈ ਕਿ ਇਹ ਮੇਰੇ ਉੱਤੇ ਫਿਰ ਮਨ ਕਿਸੇ ਤਰੀਕੇ ਨਾਲ ਹਮਲਾ ਕਰਦਾ ਹੈ। ਸੋ ਸੰਤ ਮਤ ਸ਼ਰਧਾ ਔਰ ਪਿਆਰ ਔਰ ਕਰਨੀ ਦਾ ਮਤ ਹੈ। ਜਿਹਨੂੰ ਸ਼ਰਧਾ ਹੈ ਉਹਨੂੰ ਪਿਆਰ ਵੀ ਹੁੰਦਾ ਹੈ। ਪਿਆਰ ਨਾਲ ਅਸੀਂ ਬੋਝਾ ਨਹੀਂ ਅਭਿਆਸ ਨੂੰ ਸਮਝਦੇਗੇ। ਔਰ ਕਰਨੀ ਦਾ ਮਤ ਹੈ, ਇਹ ਬੁੱਧ ਵਿਚਾਰ ਦਾ ਮਤ ਨਹੀਂ ਗਾ। ਬੋਲੇ